ਹੈਲੋ ਦੋਸਤੋ, ਵੈਲਕਮ ਟੂ ਬਾਲਾਜੀ ਐਜੂਕੇਸ਼ਨ ਪੁਆਇੰਟ। ਦੋਸਤੋ, ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨੀ ਜੋ ਪਾਲਿਸੀਜ਼ ਬਣੀ ਹੋਈ ਨੇ ਜੋ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਨਾਲ ਸੰਬੰਧਿਤ ਉਹਨਾਂ ਦੀ ਆਪਾਂ ਗੱਲ ਕਰਨੀ ਹੈ। ਦੇਖੋ ਆਪਣਾ ਟੌਪਿਕ ਕੀ ਆ, ਪਾਲਿਸੀਜ਼ ਐਂਡ ਪ੍ਰੈਕਟਿਸਿਸ ਰਿਗਾਰਡਿੰਗ ਪ੍ਰੀ ਪ੍ਰਾਇਮਰੀ ਐਜੂਕੇਸ਼ਨ। ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੇ ਰਿਗਾਰਡਿੰਗ ਜੋ ਆਪਣੀ ਪਾਲਿਸੀਜ਼ ਬਣੀ ਹੋਈ ਨੇ ਉਹਨਾਂ ਦੀ ਆਪਾਂ ਗੱਲ ਕਰਨੀ ਆ ਵੀ ਕਿਸ ਤਰ੍ਹਾਂ ਦੇ ਜੋ ਹੈ ਕਹਿੰਦੇ ਪਾਲਿਸੀਜ਼ ਬਣੀਆਂ ਸੀ ਵੀ ਇਸ ਨੂੰ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਨੂੰ ਆਪਣੇ ਦੇਸ਼ ਦੇ ਵਿੱਚ ਲਿਆਉਣ ਦੇ ਵਿੱਚ ਕੀ ਮਤਲਬ ਕਿ ਕਿੰਨਾ ਦਾ ਯੋਗਦਾਨ ਰਿਹਾ, ਕਿਹੜੇ ਵਿਅਕਤੀਆਂ ਦਾ, ਉਹਨਾਂ ਦੀ ਆਪਾਂ ਗੱਲ ਕਰਾਂਗੇ। ਦੇਖੋ ਆਪਾਂ ਗੱਲ ਕਰਨੀ ਹੈ ਪਹਿਲਾਂ ਸਟਾਰਟਿੰਗ ਦੇ ਵਿੱਚ ਵੀ ਇਹਦੀ ਸ਼ੁਰੂਆਤ ਹੈ ਜਿਹੜੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ ਕਿੰਨਾ ਨੇ ਮਤਲਬ ਕਿ ਇਸ ਨੂੰ ਕੋਸ਼ਿਸ਼ ਕਰੀ ਸੀ ਦੇਸ਼ ਦੇ ਵਿੱਚ ਲਿਆਉਣ ਦੀ। ਰੀਜ਼ਨ ਕੀ ਸੀਗਾ? ਦੇਖੋ ਸਟਾਰਟਿੰਗ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਆਪਣੇ ਇੰਡੀਆ ਦੇ ਵਿੱਚ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦਾ ਜਿਹੜਾ ਆਪਾਂ ਕਹਿੰਦੇ ਕਨਸੈਪਟ ਆਇਆ ਜ਼ਰੂਰ ਸੀ, ਬਟ ਇਸ ਨੂੰ ਜ਼ਿਆਦਾ ਜਿਹੜਾ ਕਹਿੰਦੇ ਵੀ ਇਸਦਾ ਫੈਲਾਅ ਨਹੀਂ ਹੋ ਸਕਿਆ। ਤੁਸੀਂ ਦੇਖਿਆ ਹੋਊਗਾ ਵੀ ਕਿੰਨੇ ਕੁ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਜਿਹੜੇ ਪ੍ਰੀ ਪ੍ਰਾਇਮਰੀ ਨਾਲ ਸੰਬੰਧਿਤ ਸਕੂਲ ਨੇ ਜਿਹੜੇ ਗੌਰਮੈਂਟ ਦੁਆਰਾ ਬਣਾਏ ਗਏ ਨੇ, ਜ਼ਿਆਦਾ ਨਹੀਂ ਸੀ। ਠੀਕ ਹੈ, ਕੁਝ ਸਟੇਟ ਦੇ ਵਿੱਚ ਹੈਗੇ ਆ, ਜਿਵੇਂ ਆਪਣੇ ਪੰਜਾਬ ਦੀ ਗੱਲ ਹੈ ਤਾਂ ਆਪਣੇ ਪੰਜਾਬ ਦੇ ਵਿੱਚ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਨਾਲ ਸੰਬੰਧਿਤ ਜਿਹੜੇ ਸਕੂਲ ਆ ਬਿਲਕੁਲ ਨਹੀਂ ਬਣੇ ਹੋਏ ਸੀ ਪਹਿਲਾਂ। ਠੀਕ ਹੈ, ਮਤਲਬ ਕਿ ਹੁਣ ਇਹਦੀ ਸ਼ੁਰੂਆਤ ਹੈ ਜਿਹੜੀ ਇਸ ਵਾਰ ਫਸਟ ਟਾਈਮ ਹੋਣੀ ਹੈ। ਅਤੇ ਇਸ ਤੋਂ ਤੁਸੀਂ ਇਹ ਵੀ ਗੱਲ ਦੇਖ ਲਓ ਵੀ ਪਹਿਲਾਂ ਸੀ ਜਿਹੜਾ ਕੁਛ ਸਟੇਟ ਦੇ ਵਿੱਚ ਹੈਗਾ ਸੀ ਇਸ ਤਰ੍ਹਾਂ ਦੇ ਵੀ ਪਹਿਲਾਂ ਬਣੇ ਹੋਏ ਸੀਗੇ। ਪਹਿਲਾਂ ਕੀ ਸੀਗਾ, ਸਿਰਫ ਜੋ ਪ੍ਰਾਇਮਰੀ ਕਲਾਸਿਸ ਜ਼ਰੂਰ ਸੀ, ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ ਗੱਲ ਨਹੀਂ ਸੀ ਕੀਤੀ। ਹਾਂ, ਆਂਗਣਵਾੜੀ ਜੋ ਕਹਿੰਦੇ ਆ ਵੀ ਵਰਕਰ ਸੀ ਉਹਨਾਂ ਕੋਲ ਕੁਛ ਬੱਚੇ ਸੀ ਜਿਹੜੇ ਉਹਨਾਂ ਕੋਲ ਕੁਛ ਬੱਚੇ ਜੋ ਛੋਟੇ ਬੱਚੇ ਉਹਨਾਂ ਨੂੰ ਕਹਿੰਦੇ ਵੀ ਥੋੜ੍ਹੀ ਡਾਈਟ ਵਗੈਰਾ ਦਿੱਤੀ ਜਾਂਦੀ ਸੀ, ਛੋਟੇ ਬੱਚੇ ਉਹਨਾਂ ਕੋਲ ਭੇਜ ਦਿੱਤੇ ਜਾਂਦੇ ਸੀ, ਬਟ ਸਪੈਸ਼ਲ ਕੋਈ ਸਕੂਲ ਨਹੀਂ ਬਣਾਏ ਗਏ ਸੀਗੇ। ਤਾਂ ਆਪਾਂ ਉਸ ਨਾਲ ਸੰਬੰਧਿਤ ਗੱਲ ਕਰਨੀ। ਦੇਖੋ ਆਪਾਂ ਗੱਲ ਕਰ ਰਹੇ ਵੀ 19ਵੀਂ ਸਦੀ ਵਿੱਚ ਗਿੱਜੂ ਬਾਈ ਬਾਦੇਕੇ, ਇਹ ਯਾਦ ਰੱਖਿਓ ਗਿੱਜੂ ਬਾਈ ਬਾਦੇਕੇ, ਮੈਂ ਅੰਡਰਲਾਈਨ ਵੀ ਕੀਤਾ ਹੋਇਆ ਤਾਂ ਇਹ ਯਾਦ ਰੱਖਿਓ। ਗਿੱਜੂ ਬਾਈ ਬਾਦੇਕੇ ਨਾਮ ਆ ਜਿਹੜਾ ਇਹਨਾਂ ਨੇ, ਅਤੇ ਤਾਰਾ ਬਾਈ ਮੋਡਕ ਇਹਨਾਂ ਦੋ ਵਿਅਕਤੀਆਂ ਨੇ ਕੀ ਕੀਤਾ ਸੀਗਾ, ਪਹਿਲੀ ਵਾਰ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਨੂੰ ਸਟਾਰਟ ਕੀਤਾ ਸੀਗਾ। ਕਈ ਵਾਰੀ ਪ੍ਰਸ਼ਨ ਆ ਜਾਂਦਾ ਵੀ ਇੰਡੀਆ ਦੇ ਵਿੱਚ ਕਿਹੜੇ ਦੋ ਵਿਅਕਤੀਆਂ ਦੁਆਰਾ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਨੂੰ ਜੋ ਹੈ ਲਾਗੂ ਕਰਨ ਦੀ ਗੱਲ ਕੀਤੀ ਗਈ ਸੀ, ਤਾਂ ਉਹ ਯਾਦ ਰੱਖਿਓ ਗਿੱਜੂ ਬਾਈ ਬਾਦੇਕੇ ਤੇ ਤਾਰਾ ਬਾਈ ਮੋਡਕ। ਗਿੱਜੂ ਬਾਈ ਬਾਦਕੇ ਤੇ ਤਾਰਾ ਬਾਈ ਮੋਡਕ ਇਹ ਦੋ ਨਾਮ ਨੇ ਜਿਨ੍ਹਾਂ ਨੇ ਪਹਿਲੀ ਵਾਰ ਕੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ ਜੋ ਸ਼ੁਰੂਆਤ ਕੀਤੀ ਸੀ। ਇਹ ਐਵੇਂ ਨਹੀਂ ਸੀਗਾ, ਇਹ ਵੀ ਕਿਸੇ ਤੋਂ ਜੀ ਮੋਟੀਵੇਟ ਹੋਏ ਸੀਗੇ। ਇਹ ਕਿਤੋਂ ਮੋਟੀਵੇਟ ਹੋਏ ਸੀ? ਮੈਡਮ ਮੌਂਟੇਸਰੀ ਜੀ ਬਾਰੇ ਆਪਾਂ ਨੇ ਪੜ੍ਹਿਆ ਸੀਗਾ ਵੀ ਉਹਨਾਂ ਨੇ ਜੋ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ ਇੰਡੀਆ ਦੇ ਵਿੱਚ ਸ਼ੁਰੂਆਤ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਸੀ। ਉਹਨਾਂ ਨੇ ਨੀਂਹ ਰਖਵਾਈ ਸੀ ਇੰਡੀਆ ਦੇ ਵਿੱਚ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ। ਦੇਖੋ ਇਹਦੇ ਵਿੱਚ ਆਪਾਂ ਗੱਲ ਵੀ ਉਹਨਾਂ ਨੇ ਮੈਡਮ ਮੌਂਟੇਸਰੀ ਤੋਂ ਪ੍ਰਭਾਵਿਤ ਹੋ ਕੇ ਅਜਿਹਾ ਕੀਤਾ ਸੀਗਾ। ਠੀਕ ਹੈ, ਅਤੇ ਗੁਜਰਾਤ ਵਿੱਚ ਸੈਂਟਰ ਜੋ ਹੈ ਬਣਾਏ ਸੀ। ਠੀਕ ਹੈ, ਕਿਹਦੇ ਨਾਲ ਸੰਬੰਧਿਤ ਜੋ ਸੈਂਟਰ ਬਣਾਏ ਸੀ ਉਹਨਾਂ ਨੇ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਨਾਲ ਸੰਬੰਧਿਤ। ਠੀਕ ਹੈ, ਯਾਦ ਰੱਖਿਓ ਵੀ ਕਿੰਨਾ ਤੋਂ ਪ੍ਰਭਾਵਿਤ ਸੀ ਇਹ ਦੋਨੋਂ ਵਿਅਕਤੀ, ਮੈਡਮ ਮੌਂਟੇਸਰੀ ਜਦੋਂ ਉਹ ਇੰਡੀਆ ਦੇ ਵਿੱਚ ਆਏ ਸੀਗੇ। ਅੱਗੇ ਆਪਾਂ ਗੱਲ ਕਰਦੇ ਕਿ ਮੌਂਟੇਸਰੀ ਜੀ 1946 ਦੇ ਵਿੱਚ ਗਾਂਧੀ ਜੀ ਨੂੰ ਮਿਲੇ ਸੀ। ਠੀਕ ਹੈ, ਕਈ ਵਾਰੀ ਪੁੱਛ ਲੈਂਦੇ ਵੀ ਮੌਂਟੇਸਰੀ ਜੀ ਨੇ ਮਤਲਬ ਕਿਹਨਾਂ ਨਾਲ ਗੱਲਬਾਤ ਕੀਤੀ ਸੀ ਇਸ ਦੇ ਨਾਲ ਸੰਬੰਧਿਤ। ਉਹਨਾਂ ਨੇ ਗਾਂਧੀ ਜੀ ਨਾਲ ਗੱਲਬਾਤ ਕੀਤੀ। ਗਾਂਧੀ ਜੀ ਨੇ ਜੋ ਭਾਰਤੀ ਪੁਣੇ ਦੀ ਮਤਲਬ ਕਿ ਸੰਬੰਧਿਤ ਆਪਾਂ ਕਹਿੰਦੇ ਵੀ ਭਾਰਤੀ ਪੁਣੇ ਤੇ ਸੰਬੰਧਿਤ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ ਗੱਲ ਕੀਤੀ ਸੀ ਵੀ ਜਿਹੜੇ ਇੰਡੀਆ ਦੇ ਕਲਚਰ ਦੀ ਜਿੱਥੇ ਗੱਲ ਹੋਵੇ ਵੀ ਇੰਡੀਅਨ ਜਿੱਥੇ ਵੋਕੇਸ਼ਨ ਜੋ ਆਪਾਂ ਕਹਿ ਸਕਦੇ ਵੀ ਕਿੱਤੇ ਨਾਲ ਸੰਬੰਧਿਤ ਐਜੂਕੇਸ਼ਨ ਹੋਵੇ। ਗਾਂਧੀ ਜੀ ਨੇ ਇਸ ਤਰ੍ਹਾਂ ਦੇ ਉਹਨਾਂ ਨੂੰ ਕਿਹਾ ਸੀ ਵੀ ਇਸ ਤਰ੍ਹਾਂ ਦਾ ਸਾਡੇ ਇੱਥੇ ਸਕੂਲ ਬਣ ਜਾਣ ਤਾਂ ਚੰਗੀ ਗੱਲ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਭਾਰਤ ਵਿੱਚ ਸੈਂਟਰਲ ਸੋਸ਼ਲ ਵੈਲਫੇਅਰ ਬੋਰਡ। ਇਹਦਾ ਨਾਮ ਯਾਦ ਰੱਖਿਓ, ਸੈਂਟਰਲ ਸੋਸ਼ਲ ਵੈਲਫੇਅਰ ਬੋਰਡ। ਇਹਦੇ ਨਾਲ ਕੀ ਸੀ, ਇਸ ਦੀ ਸ਼ੁਰੂਆਤ ਹੋਈ ਸੀ। ਜੇ ਕਈ ਵਾਰੀ ਗੱਲ ਕਹਿੰਦੇ ਵੀ ਜੇ ਗੌਰਮੈਂਟ ਨੇ ਜੋ ਰੋਲ ਪਲੇ ਕੀਤਾ ਸੀ ਉਹ ਕਿਹੜੇ ਬੋਰਡ ਬਣਿਆ ਸੀ ਇਹਦੇ ਲਈ? ਠੀਕ ਹੈ, ਇਹ ਬੋਰਡ ਬਣਿਆ ਸੀਗਾ ਸੈਂਟਰਲ ਸੋਸ਼ਲ ਵੈਲਫੇਅਰ ਬੋਰਡ। ਇੱਕ ਸਰਕਾਰੀ ਕਹਿ ਸਕਦੇ ਵੀ ਬੋਰਡ ਸੀਗਾ ਪਹਿਲੀ ਵਾਰ। ਉਹ ਤਾਂ ਦੇਖੋ ਇੱਕ ਵਿਅਕਤੀ ਸੀ, ਉਹਨਾਂ ਨੇ ਆਪਾਂ ਕਹਿ ਸਕਦੇ ਵੀ ਨਾਨ ਗੌਰਮੈਂਟ ਤੌਰ ਤੇ ਵੀ ਉਹ ਸਰਕਾਰੀ ਨਹੀਂ ਸੀ, ਉਹਨਾਂ ਨੇ ਸੈਂਟਰ ਜ਼ਰੂਰ ਬਣਾਏ ਸੀ, ਬਟ ਪਹਿਲੀ ਵਾਰ ਜੇ ਆਪਾਂ ਤੁਹਾਨੂੰ ਪੁੱਛਿਆ ਵੀ ਸਰਕਾਰੀ ਸ਼ੁਰੂਆਤ ਕਦੋਂ ਹੋਈ ਸੀ, ਉਹ ਕਦੋਂ ਹੋਈ ਸੀਗੀ, ਕਿਹੜੇ ਬੋਰਡ ਰਾਹੀਂ ਹੋਈ ਸੀ? ਸੈਂਟਰਲ ਸੋਸ਼ਲ ਵੈਲਫੇਅਰ ਬੋਰਡ ਸੀਗਾ। ਇਹ ਪਹਿਲੀ ਵਾਰ ਕੀ ਸੀ, ਸਰਕਾਰੀ ਸ਼ੁਰੂਆਤ ਹੋਈ ਸੀ ਗੌਰਮੈਂਟ ਦੁਆਰਾ। ਇਹਦੇ ਵਿੱਚ ਕੀ ਗੱਲਾਂ ਹੋਈਆਂ ਸੀ? ਇਹਦੇ ਵਿੱਚ ਦੇਖੋ ਤਿੰਨ ਚੀਜ਼ਾਂ ਦੇ ਉੱਪਰ ਜ਼ਿਆਦਾ ਜ਼ੋਰ ਦਿੱਤਾ ਗਿਆ ਸੀ, ਯਾਦ ਰੱਖੋ। ਇੱਕ ਤਾਂ ਸੀ ਹੈਲਥ, ਦੂਸਰੀ ਗੱਲ ਹੋਈ ਸੀ ਇਹਦੇ ਵਿੱਚ ਫੂਡ ਦੀ, ਠੀਕ ਹੈ, ਇੱਕ ਹੋਈ ਸੀ ਐਜੂਕੇਸ਼ਨ। ਠੀਕ ਹੈ, ਇਹ ਤਿੰਨ ਚੀਜ਼ਾਂ ਦੇ ਉੱਪਰ ਉਹਨਾਂ ਦਾ ਮੇਨ ਗੋਲ ਸੀਗਾ ਵੀ ਤਿੰਨੇ ਚੀਜ਼ਾਂ ਜਿਹੜੀਆਂ ਜ਼ਰੂਰ ਬੱਚਿਆਂ ਨੂੰ ਮਿਲਣੀਆਂ ਚਾਹੀਦੀਆਂ। ਠੀਕ ਹੈ, ਹੈਲਥ ਦੀ ਕੀ ਗੱਲ ਹੋਗੀ ਵੀ ਬੱਚਿਆਂ ਨੂੰ ਐਕਟੀਵਿਟੀ ਇਸ ਤਰ੍ਹਾਂ ਦੀ ਕਰਵਾਉਣੀ ਚਾਹੀਦੀ ਵੀ ਬੱਚੇ ਨੇ ਜਿਹੜੇ ਸਹੀ ਉਹਨਾਂ ਦਾ ਵਿਕਾਸ ਹੋ ਸਕੇ। ਦੂਜੀ ਗੱਲ ਹੋਈ ਸੀ ਵੀ ਫੂਡ, ਮਤਲਬ ਕਿ ਨਿਊਟ੍ਰੀਸ਼ਨ ਦੀ ਗੱਲ ਹੋ ਰਹੀ ਹੈ, ਇੱਥੇ ਪੋਸ਼ਣ ਦੀ ਗੱਲ ਹੋ ਰਹੀ ਵੀ ਬੱਚਿਆਂ ਨੂੰ ਪ੍ਰੋਪਰ ਪੋਸ਼ਣ ਮਿਲਣਾ ਚਾਹੀਦਾ। ਇੱਥੇ ਐਜੂਕੇਸ਼ਨ, ਤਿੰਨੇ ਮੇਨ ਗੋਲ ਸੀ ਉਹਨਾਂ ਦੇ, ਯਾਦ ਰੱਖਿਓ। ਠੀਕ ਹੈ, ਅੱਗੇ ਆਪਾਂ ਗੱਲ ਕਰਦੇ ਹਾਂ ਆਫਟਰ ਇੰਡੀਪੈਂਡੈਂਸ, ਭਾਰਤ ਦੀ ਆਜ਼ਾਦੀ ਤੋਂ ਬਾਅਦ ਆਰਟੀਕਲ ਜਿਹੜਾ 45, ਠੀਕ ਹੈ, ਆਰਟੀਕਲ 45 ਯਾਦ ਰੱਖਿਓ,
45 ਵਿੱਚ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਨੂੰ ਪੂਰੀ ਤਰ੍ਹਾਂ ਇਗਨੋਰ ਕੀਤਾ ਗਿਆ। ਠੀਕ ਹੈ, ਜਿਹੜਾ ਵੀ ਜਦੋਂ ਇੰਡੀਆ ਆਜ਼ਾਦ ਹੋਇਆ ਇਸ ਤੋਂ ਬਾਅਦ ਆਰਟੀਕਲ 45 ਦੇ ਵਿੱਚ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ ਬਿਲਕੁਲ ਕੋਈ ਗੱਲ ਨਹੀਂ ਕੀਤੀ ਕਿ ਇਸ ਨੂੰ ਇਗਨੋਰ ਕੀਤਾ। ਐਜੂਕੇਸ਼ਨ ਦੀ ਗੱਲ ਜ਼ਰੂਰ ਹੋਈ ਬਟ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ ਇਸ ਆਰਟੀਕਲ ਨੇ ਕੋਈ ਗੱਲ ਨਹੀਂ ਕੀਤੀ। ਫਿਰ ਪੁੱਛ ਲੈਂਦੇ ਵੀ ਕਿਹੜੇ ਆਜ਼ਾਦੀ ਤੋਂ ਬਾਅਦ ਕਿਹੜਾ ਆਰਟੀਕਲ ਸੀਗਾ ਜੋ ਐਜੂਕੇਸ਼ਨ ਨਾਲ ਸੰਬੰਧਿਤ ਸੀ, 45, ਬਟ ਇਸ ਦੇ ਵਿੱਚ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ ਕੋਈ ਗੱਲ ਨਹੀਂ ਕੀਤੀ ਗਈ ਸੀ। ਅੱਗੇ ਆਪਾਂ ਗੱਲ ਕਰਦੇ ਇੱਥੋਂ ਤੱਕ ਇੰਟੀਗ੍ਰੇਟਡ ਚਾਈਲਡ ਡਿਵੈਲਪਮੈਂਟ ਸਕੀਮ ਜੋ 1975 ਵਿੱਚ ਆਈ ਸੀ। ਠੀਕ ਹੈ, ਅੱਗੇ ਯਾਦ ਰੱਖੋ ਵੀ ਇੰਟੀਗ੍ਰੇਟਡ ਚਾਈਲਡ ਡਿਵੈਲਪਮੈਂਟ ਸਕੀਮ ਜਿਹੜੀ 1975 ਵਿੱਚ ਆਈ ਸੀ, ਉਹਦੇ ਵਿੱਚ ਸਿਰਫ ਕੀ ਸੀ, ਨਿਊਟ੍ਰੀਸ਼ਨ ਦੀ ਗੱਲ ਕੀਤੀ ਗਈ ਸੀ, ਸਿਰਫ ਪੋਸ਼ਣ ਦੀ ਗੱਲ ਕੀਤੀ ਗਈ ਸੀ, ਬਟ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ ਜਾਂ ਫਿਰ ਪ੍ਰੀ ਸਕੂਲ ਖੋਲਣ ਦੀ ਕੋਈ ਉਹਦੇ ਵਿੱਚ ਵੀ ਗੱਲ ਨਹੀਂ ਕੀਤੀ ਗਈ ਸੀ। ਦੇਖੋ ਆਪਾਂ ਸਟਾਰਟਿੰਗ ਦੇ ਵਿੱਚ ਪੜ੍ਹ ਰਹੇ ਵੀ ਦੇਖੋ ਪਹਿਲਾਂ ਸਟਾਰਟਿੰਗ ਕੋਸ਼ਿਸ਼ਾਂ ਜ਼ਰੂਰ ਹੋਈਆਂ ਵੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਨੂੰ ਸਟਾਰਟ ਕੀਤਾ ਜਾਵੇ, ਬਟ ਸਹੀ ਰੂਪ ਵੀ ਹਾਂ ਸਕੂਲ ਖੋਲ੍ਹੇ ਜਾਣ ਇਸ ਦੀ ਕੋਈ ਗੱਲ ਨਹੀਂ ਹੋ ਰਹੀ ਸੀ। ਹਾਂ ਬਸ ਕਈ ਜਿਹੜੇ ਰਿਪੋਰਟਾਂ ਹੋਈਆਂ ਸੀ ਜਾਂ ਫਿਰ ਕਈ ਜੋ ਕਾਨੂੰਨ ਬਣੇ ਸੀ ਉਹਨਾਂ ਵਿੱਚ ਤਾਂ ਬਿਲਕੁਲ ਇਗਨੋਰ ਕੀਤਾ ਗਿਆ ਸੀ। ਜਿਵੇਂ ਮੈਂ ਤੁਹਾਨੂੰ ਇਹ ਦੱਸਿਆਗਾ ਵੀ ਜੋ ਹੈ ਤੁਹਾਨੂੰ ਦੱਸਿਆ ਸੀ ਵੀ ਜੋ ਭਾਰਤ ਦੀ ਆਜ਼ਾਦੀ ਦਾ 45ਵਾਂ ਜੋ ਆਰਟੀਕਲ ਆ ਉਹਦੇ ਵਿੱਚ ਤਾਂ ਬਿਲਕੁਲ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ। ਠੀਕ ਹੈ, ਇਸ ਤੋਂ ਬਾਅਦ ਜਿਹੜਾ ਇੰਟੀਗ੍ਰੇਟਡ ਚਾਈਲਡ ਡਿਵੈਲਪਮੈਂਟ ਸਕੀਮ ਬਣੀ ਸੀ ਉਹਦੇ ਵਿੱਚ ਵੀ ਸਿਰਫ ਨਿਊਟ੍ਰੀਸ਼ਨ ਦੀ ਤਾਂ ਗੱਲ ਕਰ ਦਿੱਤੀ, ਬੱਚਿਆਂ ਨੂੰ ਪੋਸ਼ਣ ਮਿਲਣਾ ਚਾਹੀਦਾ, ਬਟ ਛੋਟੇ ਬੱਚਿਆਂ ਦੀ ਬਿਲਕੁਲ ਗੱਲ ਨਹੀਂ ਹੋਈ ਸੀ। ਅੱਗੇ ਆਪਾਂ ਗੱਲ ਕਰਦੇ ਹਾਂ ਰਾਮਾ ਮੂਰਤੀ ਕਮੇਟੀ, ਇਹਦੀ ਰਿਪੋਰਟ ਆਈ ਸੀ, ਰਾਮਾ ਮੂਰਤੀ ਕਮੇਟੀ ਦੀ ਰਿਪੋਰਟ ਆਈ ਸੀ ਜੋ 1990 ਦੇ ਵਿੱਚ ਆਈ ਸੀ। ਇਸ ਤੋਂ ਬਾਅਦ ਜਸਪਾਲ ਰਿਪੋਰਟ, ਇਹ ਦੋ ਰਿਪੋਰਟਾਂ ਆਈਆਂ ਸੀਗੀਆਂ। ਜਿਹੜੀ ਜਸਪਾਲ ਰਿਪੋਰਟ 1993 ਦੇ ਵਿੱਚ ਆਈ ਸੀ। ਯਾਦ ਰੱਖਿਓ ਜਿਹੜੀ ਰਾਮਾ ਮੂਰਤੀ ਕਮੇਟੀ ਦੀ ਰਿਪੋਰਟ ਸੀ 1990 ਦੇ ਵਿੱਚ ਤੇ ਜਸਪਾਲ ਰਿਪੋਰਟ ਸੀ ਜਿਹੜੀ ਉਹ 1993 ਦੇ ਵਿੱਚ ਇਸ ਦੀ ਜਿਹੜੀ ਇੰਪੋਰਟੈਂਸ ਨੂੰ ਡਿਸਕਸ ਕੀਤਾ ਗਿਆ। ਠੀਕ ਹੈ, ਇਹਨਾਂ ਦੋ ਰਿਪੋਰਟਾਂ ਆਈਆਂ ਸੀ, ਯਾਦ ਰੱਖਿਓ ਰਾਮਾ ਮੂਰਤੀ ਕਮੇਟੀ ਦੀ ਰਿਪੋਰਟ ਜੋ 1990 ਦੇ ਵਿੱਚ ਆਈ ਸੀ, ਜਸਪਾਲ ਰਿਪੋਰਟ ਜਿਹੜੀ ਆਈ ਸੀ 1993 ਦੀ। ਇਹਨਾਂ ਦੋਨਾਂ ਰਿਪੋਰਟਾਂ ਦੇ ਵਿੱਚ ਕੀ ਗੱਲ ਕਹੀ ਗਈ ਸੀ ਵੀ ਇੰਪੋਰਟੈਂਸ ਨੂੰ ਦੱਸਿਆ ਗਿਆ ਸੀ ਵੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ ਇੰਪੋਰਟੈਂਸ ਹੈ, ਬਟ ਇਸ ਨੂੰ ਇੰਪਲੀਮੈਂਟ ਕਰਨ ਦੀ ਗੱਲ ਨਹੀਂ ਕੀਤੀ ਗਈ। ਬਸ ਇਹਨਾਂ ਨੇ ਕਿਹਾ ਵੀ ਹਾਂ ਬੱਚਿਆਂ ਲਈ ਜੋ ਛੋਟੇ ਬੱਚਿਆਂ ਨੇ ਇਹਨੇ ਗੱਲ ਕੀਤੀ ਵੀ ਹਾਂ ਜੋ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਬਹੁਤ ਜ਼ਰੂਰੀ ਹੈ, ਇਸ ਦੀ ਇੰਪੋਰਟੈਂਸ ਦੀ ਗੱਲ ਕੀਤੀ ਕਿ ਇਸ ਦੇ ਫਾਇਦੇ ਗਿਣਾਏ ਗਏ, ਬਟ ਇਸ ਨੂੰ ਲਾਗੂ ਕਰਨ ਬਾਰੇ ਇਹਨੇ ਕੋਈ ਗੱਲ ਨਹੀਂ ਕੀਤੀ ਆਪਣੇ ਇਸ ਦੇ ਜੋ ਹੈ ਵੀ ਹਾਂ ਇਸ ਨੂੰ ਲਾਗੂ ਵੀ ਕਰਨਾ ਚਾਹੀਦਾ, ਇਹਦੇ ਲਈ ਆਹ ਉਪਰਾਲੇ ਕੀਤੇ ਜਾਣੇ ਚਾਹੀਦੇ ਨੇ, ਇਸ ਦੀ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ। ਦੇਖੋ ਹੁਣ ਤੱਕ ਆਪਾਂ ਪੜ੍ਹੀ ਰਹੇ ਕਿ ਵੀ ਖਾਸ ਜਿਹੜੀ ਕੋਈ ਸ਼ੁਰੂਆਤ ਨਹੀਂ ਕੀਤੀ ਗਈ, ਬਟ ਇਹ ਹੌਲੀ ਹੌਲੀ ਗੱਲਾਂ ਸੀ ਜਿਹੜੀਆਂ ਨਿਖਰਦੀਆਂ ਗਈਆਂ। ਦੇਖੋ ਪਹਿਲਾਂ ਸ਼ੁਰੂਆਤ ਨਹੀਂ ਸੀ, ਉਸ ਤੋਂ ਬਾਅਦ ਇੰਪੋਰਟੈਂਸ ਦੀ ਗੱਲ ਆ ਗਈ, ਹੌਲੀ ਹੌਲੀ ਆਪਾਂ ਇਸ ਦੀ ਜੋ ਗੱਲ ਸਿਰੇ ਤੇ ਪਹੁੰਚਾਂਗੇ ਤਾਂ ਤੁਸੀਂ ਸਾਰੀਆਂ ਗੱਲਾਂ ਨੂੰ ਨੋਟ ਕਰਕੇ ਰੱਖਿਓ। ਤੇ ਇਸ ਤੋਂ ਬਾਅਦ ਦੇਖੋ ਗੱਲ ਹੋਈ ਆ ਰਾਈਟ ਟੂ ਐਜੂਕੇਸ਼ਨ, ਸਾਰਿਆਂ ਨੂੰ ਪਤਾ ਵੀ RE ਵੀ ਹੈ ਨਾ, ਰਾਈਟ ਟੂ ਐਜੂਕੇਸ਼ਨ। ਠੀਕ ਹੈ, ਰਾਈਟ ਟੂ ਐਜੂਕੇਸ਼ਨ ਤੁਸੀਂ ਪੜ੍ਹਿਆ ਹੀ ਹੋਊਗਾ ਵੀ ਕਦੋਂ ਲਾਗੂ ਹੋਇਆ ਸੀਗਾ। ਰਾਈਟ ਟੂ ਐਜੂਕੇਸ਼ਨ 2009 ਦੇ ਵਿੱਚ ਲਾਗੂ ਹੋਇਆ ਸੀ। ਠੀਕ ਹੈ, 2009 ਦੇ ਵਿੱਚ ਰਾਈਟ ਟੂ ਐਜੂਕੇਸ਼ਨ ਆਇਆ ਸੀ ਆਪਣੇ, ਤੇ ਇਹਦੇ ਵਿੱਚ ਕੀ ਸੀ, ਇਹ ਐਕਟ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ ਗੱਲ ਕਰਨ ਵਾਲਿਆਂ ਲਈ ਇੱਕ ਝਟਕਾ ਸੀ। ਜਿਹੜੇ ਲੋਕ ਕਹਿੰਦੇ ਸੀ ਨਾ ਇੰਡੀਆ ਦੇ ਵਿੱਚ ਵੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਆ ਜਿਹੜੀ ਉਹ ਲਾਗੂ ਹੋਣੀ ਚਾਹੀਦੀ ਆ, ਬਟ 2009 ਦੇ ਵਿੱਚ ਜਦੋਂ ਰਾਈਟ ਟੂ ਐਜੂਕੇਸ਼ਨ ਆਇਆ ਇਸ ਦੇ ਵਿੱਚ ਕੀ ਸੀਗਾ ਵੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ ਬਿਲਕੁਲ ਵੀ ਗੱਲ ਨਹੀਂ ਕੀਤੀ ਗਈ ਸੀ। ਇਹਦੇ ਵਿੱਚ ਗੱਲ ਕੀਤੀ ਗਈ ਸੀ ਸਿਰਫ 6 ਤੋਂ 14 ਸਾਲ ਦੇ ਬੱਚਿਆਂ ਦੀ, ਪਰ ਪ੍ਰੀ ਪ੍ਰਾਇਮਰੀ ਐਜੂਕੇਸ਼ਨ 'ਚ ਕਿਹੜੇ ਬੱਚੇ ਹੁੰਦੇ ਆ, 0 ਤੋਂ 6 ਸਾਲ ਦੇ ਬੱਚੇ ਹੁੰਦੇ ਆ, ਬਟ ਇਹਨਾਂ ਨੇ ਕੀ ਕੀਤਾ 6 ਤੋਂ 14 ਸਾਲ ਦੇ ਬੱਚਿਆਂ ਦੀ ਲਾਜ਼ਮੀ ਤੇ ਮੁਫਤ ਸਿੱਖਿਆ ਦੀ ਗੱਲ ਹੋਈ। ਠੀਕ ਹੈ, ਇਹਦੇ ਵਿੱਚ ਇਹ ਯਾਦ ਰੱਖਿਓ ਵੀ ਰਾਈਟ ਟੂ ਐਜੂਕੇਸ਼ਨ ਜਿਹੜਾ 2009 ਦੇ ਵਿੱਚ ਲਾਗੂ ਹੋਇਆ ਸੀ ਉਸ ਦੇ ਵਿੱਚ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ ਬਿਲਕੁਲ ਗੱਲ ਨਹੀਂ ਕੀਤੀ ਗਈ, ਬਲਕਿ ਪ੍ਰਾਇਮਰੀ ਐਜੂਕੇਸ਼ਨ ਦੀ ਗੱਲ ਕੀਤੀ ਗਈ ਸੀ। ਇਸ ਤੋਂ ਬਾਅਦ ਵੀ ਜਿਹੜੇ 6 ਤੋਂ 14 ਸਾਲ ਦੇ ਬੱਚੇ ਨੇ ਉਹਨਾਂ ਨੂੰ ਫ੍ਰੀ ਤੇ ਕੰਪਲਸਰੀ ਐਜੂਕੇਸ਼ਨ ਦੀ ਗੱਲ ਕੀਤੀ ਗਈ ਸੀ। ਠੀਕ ਹੈ, ਬਟ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ ਕੋਈ ਗੱਲ ਨਹੀਂ ਕੀਤੀ ਗਈ। ਅੱਗੇ ਆਪਾਂ ਗੱਲ ਕਰਦੇ ਹਾਂ ਵੀ 1953 ਦੇ ਵਿੱਚ ECCE ਨੇ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ ਜ਼ਿੰਮੇਵਾਰੀ ਮਾਪਿਆਂ ਉੱਪਰ ਜੋ ਛੁੱਟਣ ਦੀ ਸੀ। ਠੀਕ ਹੈ, ਮਾਪਿਆਂ ਉੱਪਰ ਛੁੱਟਣ ਦੀ ਜਿਹੜੀ ਕਹਿ ਸਕਦੇ ਵੀ ਗਲਤੀ ਨੂੰ ਪਛਾਣਿਆ। ਦੇਖੋ ਪਹਿਲਾਂ ਕੀ 1953 ਦੇ ਵਿੱਚ ਕੀ ਸੀਗਾ, ECC ਇੱਕ ਪ੍ਰਾਇਮਰੀ ਐਜੂਕੇਸ਼ਨ, ਇਹਨਾਂ ਨੇ ਪਹਿਲਾਂ ਇਹ ਕਹਿਤਾ ਸੀਗਾ ਵੀ ਜਿਹੜੀ ਜ਼ਿਆਦਾਤਰ ਜ਼ਿੰਮੇਵਾਰੀ ਆ ਛੋਟੇ ਬੱਚਿਆਂ ਦੀ 0 ਤੋਂ 6 ਸਾਲ ਦੇ 0 ਤੋਂ 6 ਸਾਲ ਦੇ ਜਿਹੜੇ ਬੱਚੇ ਨੇ ਉਹਨਾਂ ਦੀ ਜੋ ਐਜੂਕੇਸ਼ਨ ਹੈ ਸਿਰਫ ਉਹਦੇ ਉੱਪਰ ਕੀ ਉਹਨਾਂ ਦੇ ਪੇਰੈਂਟਸ ਨੇ ਜਿਹੜੇ ਉਹ ਰੋਲ ਪਲੇ ਕਰਦੇ ਨੇ। ਠੀਕ ਹੈ, ਮਾਪਿਆਂ ਦੀ, ਬਟ ਇਹਨਾਂ ਨੇ ਕੀ ਕਿਹਾ ਫਿਰ ਇਹਨਾਂ ਨੂੰ ਆਪਣੀ ਗਲਤੀ ਦਾ ਰਿਅਲਾਈਜ਼ ਹੋਇਆ ਵੀ ਸਿਰਫ ਆਪਾਂ ਪੇਰੈਂਟਸ ਉੱਪਰ ਹੀ ਸਾਰੀ ਗੱਲ ਨਹੀਂ ਛਿੱਟ ਸਕਦੇ। ਠੀਕ ਹੈ, ਇਹਨਾਂ ਨੇ ਕਿਹਾ ਸੀ ਫਿਰ ECC ਨੇ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ ਜ਼ਿੰਮੇਵਾਰੀ ਮਾਪਿਆਂ ਉੱਪਰ ਛੁੱਟਣ ਦੀ ਜਿਹੜੀ ਗਲਤੀ ਨੂੰ ਪਛਾਣਿਆ। ਠੀਕ ਹੈ, ਇਹਨੇ ਛੁੱਟਣ ਦੀ ਜਿਹੜੀ ਗਲਤੀ ਉਸ ਨੂੰ ਪਛਾਣਿਆ ਅਤੇ ਸਿਫਾਰਿਸ਼ ਕੀਤੀ ਕਿ ECC ਨੂੰ ਪ੍ਰਾਇਮਰੀ ਸਕੂਲ ਨਾਲ ਜੋੜਿਆ ਜਾਵੇ। ਦੇਖੋ ਇਹਨੇ ਗਲਤੀ ਕੀ ਜੋ ਮੰਨੀ, ਇਹਨਾਂ ਨੇ ਕਿਹਾ ਵੀ ਨਹੀਂ
ਵੀ ਇਨ ਪ੍ਰੀ ਪ੍ਰਾਇਮਰੀ ਨੂੰ ਕਾਹਦੇ ਨਾਲ ਜੋੜਿਆ ਜਾਵੇ, ਪ੍ਰਾਇਮਰੀ ਸਕੂਲਾਂ ਦੇ ਨਾਲ ਜੋੜਿਆ ਜਾਵੇ ਵੀ ਉੱਥੇ ਹੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਲਾਗੂ ਕੀਤੀ ਜਾਵੇ। ਇਸ ਤੋਂ ਬਾਅਦ ਗੱਲ ਆਈ ਸੀ ਬਾਲ ਸੰਭਾਲ ਕਮੇਟੀ ਵਾਲੀ, ਠੀਕ ਹੈ। ਬਾਲ ਸੰਭਾਲ ਕਮੇਟੀ ਜੋ ਕਿ 1963 ਤੋਂ 64 ਦੇ ਦੌਰਾਨ ਆਈ ਸੀ। ਇਹ ਕਮੇਟੀ ਨੇ ਇੱਕ ਸਿਫਾਰਿਸ਼ ਕੀਤੀ ਸੀ ਕਿ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਜਿਹੜੀ ਪੁਰਾਣੀ ਫਿਲਾਸਫੀ ਆ ਉਸ ਨੂੰ ਚੇਂਜ ਕੀਤਾ ਜਾਵੇ, ਉਹਦੇ ਵਿੱਚ ਚੇਂਜਸ ਲਿਆਂਦੀਆਂ ਜਾਣ। ਵੀ ਪਹਿਲਾਂ ਕੀ ਸੀਗਾ, ਹੁਣ ਵਾਲੇ ਬੱਚਿਆਂ ਦੇ ਕੀ ਆ ਵੀ ਟੈਕਨੋਲੋਜੀ ਆ ਚੁੱਕੀ ਆ, ਥੋੜ੍ਹਾ ਜਿਹੜਾ ਫਰਕ ਪੈ ਚੁੱਕਿਆ ਵੀ ਪੁਰਾਣੀ ਫਿਲਾਸਫੀ ਨੂੰ ਛੱਡ ਕੇ ਨਵੀਂ ਫਿਲਾਸਫੀ ਆ ਜਿਹੜੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚ ਆਉਣੀ ਚਾਹੀਦੀ ਹੈ। ਦੂਜੀ ਨੇ ਨੈਕਸਟ ਗੱਲ ਕੀਤੀ ਸੀ ਕਿ ਪ੍ਰੀ ਪ੍ਰਾਇਮਰੀ ਬੱਚਿਆਂ ਲਈ ਮਿਡ ਡੇ ਮੀਲ ਦੀ ਸਿਫਾਰਿਸ਼ ਕੀਤੀ, ਠੀਕ ਹੈ। ਇਹ ਕਹਿੰਦੇ ਵੀ ਛੋਟੇ ਬੱਚੇ ਜਿਹੜੇ ਪ੍ਰੀ ਪ੍ਰਾਇਮਰੀ ਵਾਲੇ ਨੇ ਉਹਨਾਂ ਲਈ ਮਿਡ ਡੇ ਮੀਲ ਵੀ ਹੋਣਾ ਚਾਹੀਦਾ, ਉਹਨਾਂ ਨੂੰ ਪੋਸ਼ਣ ਵੀ ਮਿਲਣਾ ਚਾਹੀਦਾ। ਦੇਖੋ ਦੁਬਾਰਾ ਤੁਹਾਨੂੰ ਇਹ ਸਾਰੀਆਂ ਗੱਲਾਂ ਦੱਸ ਦਿੰਦਾ, ਬਟ ਇਹ ਸਾਰੇ ਹਜੇ ਜੋ ਚੈਪਟਰ ਆਪਣਾ ਹੀ ਕੰਪਲੀਟ ਨਹੀਂ ਹੋਇਆ, ਇਸ ਦੇ ਵਿੱਚ ਹੋਰ ਵੀ ਗੱਲਾਂ ਨੇ ਉਹ ਵੀ ਤੁਹਾਨੂੰ ਕਰਵਾਉਂਗਾ। ਪਹਿਲਾਂ ਤੁਸੀਂ ਦੁਬਾਰਾ ਫਿਰ ਸੁਣ ਲਓ ਵੀ 19ਵੀਂ ਸਦੀ ਵਿੱਚ ਗਿੱਜੂ ਭਾਈ ਬਾਦਕੇ ਅਤੇ ਤਾਰਾਬਾਈ ਮੋਡਕ ਨੇ ਇਸ ਦੀ ਪਹਿਲੀ ਵਾਰ ਇੰਡੀਆ ਦੇ ਵਿੱਚ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ ਸ਼ੁਰੂਆਤ ਕੀਤੀ ਸੀ। ਇਹਨਾਂ ਨੇ ਕੀ ਕੀਤਾ ਸੀ, ਇਹ ਨਾ ਮੰਨੇ ਵੀ ਸਰਕਾਰੀ ਹੋ ਗਈ ਇਹ ਸ਼ੁਰੂਆਤ, ਤੇ ਸਰਕਾਰੀ ਨਹੀਂ ਸੀ, ਦੋ ਵਿਅਕਤੀ ਨੇ ਇਹਨਾਂ ਨੇ ਗੱਲ ਕੀਤੀ ਸੀ। ਇਸ ਤੋਂ ਉਹਨਾਂ ਨੇ ਕੀ ਕੀਤਾ ਸੀ, ਮੈਡਮ ਮੰਟੇਸ਼ਰੀ ਤੋਂ ਪ੍ਰਭਾਵਿਤ ਹੋ ਕੇ ਅਜਿਹਾ ਕੀਤਾ ਸੀ। ਤੇ ਕਾਹਦੇ ਵਿੱਚ ਸਭ ਤੋਂ ਐ ਪੁੱਛ ਲੈਂਦੇ ਵੀ ਪਹਿਲਾਂ ਸਟਾਰਟਿੰਗ ਦੇ ਵਿੱਚ ਕਿੱਥੇ ਜਾਂ ਸਕੂਲ ਜਾਂ ਸੈਂਟਰ ਖੋਲ੍ਹੇ ਗਏ ਸੀ ਪ੍ਰੀ ਪ੍ਰਾਇਮਰੀ ਦੇ, ਤਾਂ ਯਾਦ ਰੱਖਿਓ ਗੁਜਰਾਤ ਵਿੱਚ। ਕਿਹਨਾਂ ਨੇ ਖੋਲ੍ਹੇ ਸੀ, ਗਿੱਜੂ ਭਾਈ ਬਾਦਕੇ ਤੇ ਤਾਰਾਬਾਈ ਮੋਡਕ ਕਿਤੋਂ ਪ੍ਰਭਾਵਿਤ ਸੀ, ਮੰਟੇਸ਼ਰੀ ਜੀ ਤੋਂ ਪ੍ਰਭਾਵਿਤ ਸੀ, ਠੀਕ ਹੈ। ਭਾਰਤ ਵਿੱਚ ਸੈਂਟਰਲ ਸੋਸ਼ਲ ਵੈਲਫੇਅਰ ਬੋਰਡ ਨਾਲ ਇਸ ਦੀ ਜੋ ਹੈ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ ਸਰਕਾਰੀ ਸ਼ੁਰੂਆਤ ਹੋਈ ਸੀ, ਗੌਰਮੈਂਟ ਮਤਲਬ ਕਿ ਇਹਦੇ ਵਿੱਚ ਆਈ ਸੀ ਅੱਗੇ, ਠੀਕ ਹੈ। ਤੇ ਇਹਦੇ ਵਿੱਚ ਤਿੰਨ ਚੀਜ਼ਾਂ ਜ਼ਿਆਦਾ ਮੇਨ ਸੀ, ਇੱਕ ਤਾਂ ਹੈਲਥ ਸੀ, ਨਿਊਟ੍ਰੀਸ਼ਨ ਸੀ ਯਾਨੀ ਕਿ ਫੂਡ, ਥਰਡ ਸੀ ਐਜੂਕੇਸ਼ਨ। ਇਹ ਤਿੰਨ ਮੇਨ ਗੋਲ ਸੀਗੇ। ਇਸ ਤੋਂ ਬਾਅਦ ਗੱਲ ਕਰਦੇ ਆ ਆਫਟਰ ਇੰਡੀਪੈਂਡੈਂਸ, ਆਜ਼ਾਦੀ ਤੋਂ ਬਾਅਦ ਜਿਹੜਾ ਆਰਟੀਕਲ 45 ਹੈ, 45 ਆਰਟੀਕਲ ਦੇ ਵਿੱਚ ਕੀ ਸੀਗਾ, ਉਹਦੇ ਵਿੱਚ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਨੂੰ ਪੂਰੀ ਤਰ੍ਹਾਂ ਕੀ ਸੀਗਾ, ਨਜ਼ਰਅੰਦਾਜ਼ ਕੀਤਾ ਗਿਆ, ਇਗਨੋਰ ਕਰ ਦਿੱਤਾ ਗਿਆ ਸੀਗਾ, ਠੀਕ ਹੈ। ਉਹਦੇ ਵਿੱਚ ਕੀ ਵੈਸੇ 45 ਹੈ ਜਿਹੜਾ ਜੋ ਆਰਟੀਕਲ 45 ਐਜੂਕੇਸ਼ਨ ਦੀ ਗੱਲ, ਬਟ ਉਹਨੇ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਨੂੰ ਪੂਰੀ ਤਰ੍ਹਾਂ ਇਗਨੋਰ ਕਰਤਾ। ਇੱਥੋਂ ਤੱਕ ਕਿ ਕਹਿੰਦੇ ਇੰਟੀਗ੍ਰੇਟਡ ਚਾਈਲਡ ਡਿਵੈਲਪਮੈਂਟ ਸਕੀਮ ਸੀ ਜਿਹੜੀ, ਦੇਖੋ ਬੱਚਿਆਂ ਨਾਲ ਸੰਬੰਧ ਸੀ, ਬਟ ਇਹਦੇ ਵਿੱਚ ਵੀ ਕੀ ਹੈ, ਸਿਰਫ ਜੋ ਕਿ 1975 ਵਿੱਚ ਲਾਗੂ ਹੋਇਆ ਸੀ, ਸਿਰਫ ਨਿਊਟ੍ਰੀਸ਼ਨ ਦੀ ਗੱਲ ਕੀਤੀ, ਬਟ ਛੋਟੇ ਬੱਚਿਆਂ ਦੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ ਬਿਲਕੁਲ ਗੱਲ ਨਹੀਂ ਕੀਤੀ। ਅੱਗੇ ਆਈ ਇਸ ਤੋਂ ਬਾਅਦ ਰਾਮਾ ਮੂਰਤੀ ਕਮੇਟੀ ਦੀ ਰਿਪੋਰਟ ਜੋ 1990 ਦੇ ਵਿੱਚ ਆਈ ਸੀ, ਫਿਰ ਆਈ ਸੀ ਜਸਪਾਲ ਰਿਪੋਰਟ 1993। ਇਹ ਦੋ ਰਿਪੋਰਟਾਂ ਵਿੱਚ ਕੀ ਸੀਗਾ, ਇਹਨਾਂ ਵਿੱਚ ਇਹਨਾਂ ਨੇ ਪਛਾਣਿਆ ਵੀ ਹਾਂ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ ਇੰਪੋਰਟੈਂਸ ਹੈ, ਇਹਨਾਂ ਨੇ ਇੰਪੋਰਟੈਂਸ ਦੀ ਗੱਲ ਕੀਤੀ ਵੀ ਹਾਂ ਇਹਦੀ ਇੰਪੋਰਟੈਂਸ ਹੈ, ਇਹਦੇ ਫਾਇਦੇ ਗਿਣਿਆ ਤੇ ਵੀ ਬੱਚਿਆਂ ਨੂੰ ਜੇ ਛੋਟੀ ਉਮਰ ਤੋਂ ਮਤਲਬ ਕਿ ਐਜੂਕੇਸ਼ਨ ਨਾਲ ਜੋੜ ਦਿੱਤਾ ਜਾਵੇ ਤਾਂ ਚੰਗੀ ਗੱਲ ਹੈ, ਬਟ ਇਸ ਨੂੰ ਇੰਪਲੀਮੈਂਟ ਕਰਨ ਦੀ ਕੋਈ ਗੱਲ ਨਹੀਂ ਕੀਤੀ। ਇਹਨੇ ਦੱਸੀ ਨਹੀਂ ਵੀ ਹਾਂ ਕਿ ਅਸੀਂ ਇਹਦੇ ਲਈ ਐਫਰਟਸ ਕਰ ਸਕਦੇ ਹਾਂ, ਇਸ ਨੂੰ ਕਿਸ ਤਰ੍ਹਾਂ ਲਾਗੂ ਕਰ ਸਕਦੇ ਹਾਂ। ਇਸ ਤੋਂ ਬਾਅਦ ਰਾਈਟ ਟੂ ਐਜੂਕੇਸ਼ਨ ਜੋ ਕਿ 2009 ਵਿੱਚ ਆਇਆ ਸੀ, ਇਸ ਦੇ ਵਿੱਚ ਵੀ ਪਹਿਲਾਂ ਐ ਸੀਗਾ ਵੀ ਹਾਂ ਹੁਣ ਸਰਕਾਰ ਨੇ ਨਵਾਂ ਸਟੈਪ ਚੁੱਕਿਆ ਤਾਂ ਇਹਦੇ ਵਿੱਚ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ ਗੱਲ ਹੋ, ਬਟ ਨਹੀਂ, ਇਸ ਦੇ ਵਿੱਚ ਵੀ ਕੀ ਝਟਕਾ ਲੱਗਿਆ, ਜਿਹੜੇ ਲੋਕ ਹਮੈਤੀ ਸੀਗੇ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੇ, ਉਹਨਾਂ ਨੂੰ ਕੋਈ ਝਟਕਾ ਲੱਗਿਆ ਵੀ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਸਿਰਫ 6 ਤੋਂ 14 ਸਾਲ ਦੇ ਬੱਚਿਆਂ ਦੀ ਫ੍ਰੀ ਤੇ ਕੰਪਲਸਰੀ ਐਜੂਕੇਸ਼ਨ ਦੀ ਗੱਲ ਕਰੀ, ਬਟ ਪ੍ਰਾਇਮਰੀ ਐਜੂਕੇਸ਼ਨ 0 ਤੋਂ 6 ਸਾਲ ਦੇ ਬੱਚਿਆਂ ਦੀ ਕੋਈ ਗੱਲ ਨਹੀਂ ਕੀਤੀ। ਤੇ ਇਸ ਤੋਂ ਬਾਅਦ ਦੋਸਤੋ ਆਪਾਂ ਕੁਝ ਥਿਓਰੈਟੀਕਲ ਗੱਲਾਂ ਕਰਾਂਗੇ ਜਿਹਦੇ ਵਿੱਚ ਕੀ ਸੀ, ਪ੍ਰੀ ਪ੍ਰਾਇਮਰੀ ਐਜੂਕੇਸ਼ਨ ਨੂੰ ਜੋ ਹੈ ਲਾਗੂ ਕਰਨ ਦੀ ਜਿਹੜੀ ਗੱਲ ਤਾਂ ਕੀਤੀ ਗਈ, ਬਟ ਉਸ ਨੂੰ ਇੰਪਲੀਮੈਂਟ ਨਹੀਂ ਕੀਤਾ ਗਿਆ। ਬਸ ਸਾਰੇ ਮਤਲਬ ਆਪਾਂ ਇਹ ਕਹਿ ਸਕਦੇ ਵੀ ਗੱਲ ਹਰ ਕੋਈ ਕਰਦਾ ਸੀ ਵੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਲਾਗੂ ਹੋਣੀ ਚਾਹੀਦੀ ਹੈ, ਬਟ ਕਿਸੇ ਨੇ ਪ੍ਰੋਪਰ ਉਸ ਦੇ ਉੱਪਰ ਧਿਆਨ ਨਹੀਂ ਦਿੱਤਾ ਵੀ ਹਾਂ ਇਸ ਨੂੰ ਲਾਗੂ ਕਰ ਦਿੱਤਾ ਜਾਵੇ। ਜਿਵੇਂ ਆਪਾਂ ਦੇਖੋ 1953 ਦੇ ਵਿੱਚ ਹੋਇਆ ਸੀ, 1953 ਦੀ ਵਿੱਚ ਜੋ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ ਗੱਲ ਹੋਈ ਸੀ, ਉਹਦੇ ਵਿੱਚ ਉਹਨਾਂ ਨੇ ਕੀ ਕੀਤਾ ਸੀ ਵੀ ECC ਆ ਜਿਹੜਾ ਮਤਲਬ ਕਿ ਜੋ ਅਰਲੀ ਚਾਈਲਡਹੁੱਡ ਕੇਅਰ ਜੋ ਐਜੂਕੇਸ਼ਨ ਸੀ, ਉਹਦੀ ਜ਼ਿੰਮੇਵਾਰੀ ਕੀਤੀ ਆ ਪੇਰੈਂਟਸ ਦੇ, ਵੀ ਪ੍ਰਾਇਮਰੀ ਐਜੂਕੇਸ਼ਨ ਦੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ ਜ਼ਿੰਮੇਵਾਰੀ ਪੇਰੈਂਟਸ ਦੇ ਉੱਪਰ ਸਿੱਟ ਦਿੱਤੀ ਗਈ ਸੀ 1953 ਦੇ ਵਿੱਚ, ਮੈਂ ਤੁਹਾਨੂੰ ਦੱਸਿਆ ਸੀਗਾ। ਬਟ ਉਸ ਤੋਂ ਬਾਅਦ ਕੀ ਹੋਇਆ, ਇਹਨਾਂ ਨੇ ਗਲਤੀ ਦਾ ਇਹਨੂੰ ਅਹਿਸਾਸ ਹੋਇਆ ਵੀ ਸਿਰਫ ਪੇਰੈਂਟਸ ਦੀ ਜ਼ਿੰਮੇਵਾਰੀ ਨਹੀਂ ਹੈਗੀ, ਜੋ ECC ਦਾ ਜਿਹੜਾ ਆਪਣੇ ਕਹੇ ਸੀ ECCE ਵੀ ਪ੍ਰਾਇਮਰੀ ਐਜੂਕੇਸ਼ਨ ਦੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ ਜ਼ਿੰਮੇਵਾਰੀ ਸਿਰਫ ਪੇਰੈਂਟਸ ਦੀ ਨਹੀਂ ਹੈਗੀ, ਇਹਦੇ ਲਈ ਗਵਰਨਮੈਂਟ ਨੂੰ ਵੀ ਅੱਗੇ ਆਉਣਾ ਚਾਹੁੰਦਾ, ਉਹਦੇ ਲਈ ਸਕੂਲ ਬਣਨੇ ਚਾਹੀਦੇ ਸਪੈਸ਼ਲ, ਤਾਂ ਕਿ ਜੋ ਪੇਰੈਂਟਸ ਜੋ ਆ, ਕਿਉਂਕਿ ਹਰ ਪੇਰੈਂਟਸ ਜਿਹੜਾ ਫ੍ਰੀ ਨਹੀਂ ਹੁੰਦਾ ਕਿ ਉਹ ਬੱਚੇ ਨੂੰ ਪ੍ਰੋਪਰ ਉਸ ਦੀ ਕੇਅਰ ਕਰ ਸਕੇ, ਤਾਂ ਇਸ ਲਈ ਗਵਰਨਮੈਂਟ ਨੂੰ ਉਸ ਤਰ੍ਹਾਂ ਦੇ ਸਕੂਲ ਬਣਾਉਣੇ ਚਾਹੀਦੇ ਹਨ ਵੀ ਤਾਂ ਕਿ ਉਹਨਾਂ ਦਾ ਬੱਚਾ ਜਿਹੜਾ ਉਹ ਪੇਰੈਂਟਸ ਨੂੰ ਕੋਈ ਮਤਲਬ ਕਿ ਇਹ ਹੁੰਦਾ ਵੀ ਡਰ ਹੋਵੇ ਕਿ ਸਾਡਾ ਬੱਚੇ ਨੂੰ ਐਜੂਕੇਸ਼ਨ ਨਹੀਂ ਮਿਲ ਵੀ, ਗਵਰਨਮੈਂਟ ਦੀ ਜ਼ਿੰਮੇਵਾਰੀ ਬਣ ਜਾਂਦੀ ਸੀ, ਠੀਕ ਹੈ। ਇਹਨਾਂ ਨੇ ਕਿਹਾ ਸੀ ਵੀ ਗਵਰਨਮੈਂਟ ਦੀ ਵੀ ਜ਼ਿੰਮੇਵਾਰੀ 1953 ਦੀ ਜਿਹੜੀ ਜੋ ਐਜੂਕੇਸ਼ਨ ਪਾਲਿਸੀ। ਇਸ ਤੋਂ ਬਾਅਦ 1963 ਤੇ 64 ਦੇ ਵਿੱਚ ਜੋ ਬਾਲ ਸੰਭਾਲ ਕਮੇਟੀ ਆਈ ਸੀ,
63 ਤੇ 64 ਦੇ ਵਿਚਕਾਰ ਜਿਹੜੀ ਬਾਲ ਸੰਭਾਲ ਕਮੇਟੀ ਸੀ ਇਸਨੇ ਜੋ ਹੈ ਪਹਿਲੀ ਵਾਰ ਕੀ ਕੀਤਾ ਸੀ, ਇਸਨੇ ਕਿਹਾ ਸੀ ਜਿਹੜੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ ਫਿਲਾਸਫੀ ਬਣੀ ਹੋਈ ਆ ਪੁਰਾਣੀ ਫਿਲਾਸਫੀ ਉਸ ਵਿੱਚ ਚੇਂਜਸ ਕੀਤੇ ਜਾਣ ਤੇ ਨਵੀਂ ਫਿਲਾਸਫੀ ਨੂੰ ਜੋ ਆ ਅੱਗੇ ਲਿਆਂਦਾ ਜਾਵੇ, ਵੀ ਪੁਰਾਣੀ ਫਿਲਾਸਫੀ ਨੂੰ ਚੇਂਜ ਕੀਤਾ ਜਾਵੇ, ਨਵੀਂ ਫਿਲਾਸਫੀ ਲਿਆਂਦੀ ਜਾਵੇ। ਇਹ ਕਈ ਵਾਰੀ ਪ੍ਰਸ਼ਨ ਪੁੱਛ ਲਿਆ ਜਾਂਦਾ ਵੀ ਕਿਸ ਦੇ ਵਿੱਚ ਕਿਹੜੀ ਕਮੇਟੀ ਦੇ ਵਿੱਚ ਇਹ ਗੱਲ ਕਹੀ ਗਈ ਸੀ ਵੀ ਪੁਰਾਣੀ ਫਿਲਾਸਫੀ ਜਿਹੜੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ ਉਸ ਨੂੰ ਚੇਂਜ ਕੀਤਾ ਜਾਵੇ, ਉਸ ਦੇ ਵਿੱਚ ਤਬਦੀਲੀਆਂ ਲਿਆਂਦੀਆਂ ਜਾਣ। ਤਾਂ ਉਹ ਯਾਦ ਰੱਖਿਓ ਬਾਲ ਸੰਭਾਲ ਕਮੇਟੀ ਸੀ ਜੋ ਕਿ 1963 ਤੇ 64 ਦੇ ਵਿਚਕਾਰ ਆਈ ਸੀ। ਇਹਦੇ ਵਿੱਚ ਨਾਲ ਇਸਨੇ ਇਹ ਗੱਲ ਕਹੀ ਸੀ ਕਿ ਬੱਚਿਆਂ ਨੂੰ ਮਿਡ ਡੇ ਮੀਲ ਆ ਜਿਹੜਾ ਉਹ ਵੀ ਮਿਲਣਾ ਚਾਹੀਦਾ, ਮਤਲਬ ਕਿ ਮਿਡ ਡੇ ਮੀਲ ਜੋ ਕਿ ਤੁਹਾਨੂੰ ਪਤਾ ਹੀ ਆ ਵੀ 1995 ਦੇ ਵਿੱਚ ਇਹਦੀ ਸ਼ੁਰੂਆਤ ਹੋਈ ਸੀ। ਪਹਿਲਾ ਰਾਜ ਜੋ ਕਿਹੜਾ ਸੀਗਾ ਉਹ ਤਾਮਿਲਨਾਡੂ ਸੀ। ਜੇ ਤੁਹਾਨੂੰ ਇਹ ਵੀ ਪ੍ਰਸ਼ਨ ਪੁੱਛ ਲੈਂਦਾ ਵੀ ਮਿਡ ਡੇ ਮੀਲ ਦੀ ਸ਼ੁਰੂਆਤ ਕਦੋਂ ਹੋਈ ਸੀ 1995 ਦੇ ਵਿੱਚ, ਤੇ ਕਿਹੜਾ ਸਟੇਟ ਸੀ ਜਿਸ ਨੇ ਪਹਿਲਾਂ ਲਾਗੂ ਕੀਤਾ ਸੀ, ਤਾਮਿਲਨਾਡੂ। ਇਹ ਵੀ ਯਾਦ ਰੱਖਿਓ। ਦੇਖੋ ਇਹ ਦੋ ਪੁਆਇੰਟ ਹੋ ਗਏ। 1953 ਦੇ ਵਿੱਚ ਕੀ ਸੀਗਾ ਵੀ ਕਿਹਾ ਗਿਆ ਸੀ ਪੇਰੈਂਟਸ ਦੀ ਜ਼ਿੰਮੇਵਾਰੀ ਹੀ ਨਹੀਂ ਹੈਗੀ ਐਜੂਕੇਸ਼ਨ ਦੇਣ ਦੀ, ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ, ਵੀ ਇਸ ਨੂੰ ਗਵਰਨਮੈਂਟ ਨੂੰ ਵੀ ਇਹਦੇ ਲਈ ਅੱਗੇ ਆਉਣਾ ਚਾਹੀਦਾ। ਫਿਰ ਉਸ ਤੋਂ ਬਾਅਦ 63 ਤੇ 64 ਦੇ ਵਿਚਕਾਰ ਬਾਲ ਸੰਭਾਲ ਕਮੇਟੀ ਸੀ। ਇਸਨੇ ਵਿੱਚ ਕੀ ਕੀਤਾ ਸੀ ਵੀ ਫਿਲਾਸਫੀ ਚੇਂਜ ਕੀਤੀ ਸੀ, ਵੀ ਪੁਰਾਣੀ ਫਿਲਾਸਫੀ ਹੈ ਜਿਹੜੀ ਉਸ ਨੂੰ ਬੰਦ ਕੀਤਾ ਜਾਵੇ ਤੇ ਨਵੀਂ ਜਿਹੜੀ ਆਪਾਂ ਚੇਂਜਸ ਲਿਆ ਕੇ ਨਵੀਂ ਫਿਲਾਸਫੀ ਜਿਹੜੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ ਉਹ ਲਿਆਂਦੀ ਜਾਵੇ। ਨਾਲ ਹੀ ਇਸਨੇ ਮਿਡ ਡੇ ਮੀਲ ਦੀ ਕਿਹਾ ਸੀ ਵੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਨੂੰ ਮਿਲਣਾ ਚਾਹੀਦਾ। ਅੱਗੇ ਆਪਾਂ ਗੱਲ ਕਰਨੀ ਹੈ, ਦੇਖੋ ਤੀਸਰਾ ਇਸ ਦਾ ਪੁਆਇੰਟ ਹੈ, 2 ਪੁਆਇੰਟ ਹੋ ਚੁੱਕੇ ਨੇ। ਕੋਠਾਰੀ ਕਮਿਸ਼ਨ। ਕੋਠਾਰੀ ਕਮਿਸ਼ਨ ਬਹੁਤ ਫੇਮਸ ਹੈ, ਤੁਸੀਂ ਜੇ 64 ਦੇ ਪੈਂਟ ਵਿੱਚ ਹੋਇਆ ਸੀ। ਇੱਕ ਵਾਰ ਪ੍ਰਸ਼ਨ ਪੁੱਛ ਲੈਂਦੇ ਵੀ ਕੋਠਾਰੀ ਕਮਿਸ਼ਨ ਆ ਜਿਹੜਾ ਕਦੋਂ ਆਇਆ ਸੀ, ਯਾਦ ਰੱਖਿਓ 64 ਤੇ 66 ਦੇ ਵਿਚਕਾਰ, 64 ਤੇ 66 ਦੇ ਵਿਚਕਾਰ ਆਇਆ ਸੀ। ਇਹਦੇ ਵਿੱਚ ਇਸਨੇ ਕਿਹਾ ਸੀ ਵੀ ਸਟੇਟ ਲੈਵਲ ਤੇ ਜਿਹੜੇ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਸੈਂਟਰ ਸਥਾਪਿਤ ਕਰਨ ਦੀ ਗੱਲ ਕੀਤੀ ਸੀ। ਕਈ ਪ੍ਰਸ਼ਨ ਆ ਜਾਂਦੇ ਵੀ ਕਦੋਂ ਆ ਜਿਹੜਾ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਨੂੰ ਜਿਹੜਾ ਸੈਂਟਰ ਲੈਵਲ ਤੇ ਲਾਗੂ ਕਰਨ ਦੀ ਗੱਲ ਕੀਤੀ ਸੀ, 63 ਤੇ 64 ਦੇ ਵਿਚਕਾਰ। ਕਿਸਨੇ ਇਹ ਗੱਲ ਕਹੀ ਸੀ? ਕੋਠਾਰੀ ਕਮਿਸ਼ਨ ਨੇ। ਨੈਕਸਟ ਆਪਾਂ ਗੱਲ ਕਰਦੇ ਹਾਂ ਵੀ ਬੱਚਿਆਂ ਦੀ ਰਾਸ਼ਟਰੀ ਨੀਤੀ ਜਿਹੜੀ ਇਹ ਬਣੀ ਸੀ, ਬੱਚਿਆਂ ਦੀ ਰਾਸ਼ਟਰੀ ਨੀਤੀ ਇੱਕ ਮਤਲਬ ਕਿ ਕਮੇਟੀ ਬਣੀ ਸੀ 1974 ਦੇ ਵਿੱਚ। ਇਸਨੇ ਵੀ ਕੀ ਕਿਹਾ ਸੀ ਵੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਨੂੰ ਜਿਹੜਾ ਸਾਰੇ ਬੱਚਿਆਂ ਦੀ ਸੰਭਾਲ ਤੇ ਸਿੱਖਿਆ, ਦੋਵੇਂ ਇਹਨਾਂ ਨੇ ਕਿਹਾ ਸੀ ਬੱਚਿਆਂ ਦੀ ਇੱਕ ਸੰਭਾਲ ਦੀ ਗੱਲ ਕਰਦੀ ਸੀ ਤੇ ਸਿੱਖਿਆ, ਦੋ ਚੀਜ਼ਾਂ ਦੀ ਇਸਨੇ ਮੇਨ ਗੱਲ ਕੀਤੀ ਆ। ਕਿਹਨੇ? ਬੱਚਿਆਂ ਦੀ ਰਾਸ਼ਟਰੀ ਨੀਤੀ 1974। ਇਹ ਦੋਵੇਂ ਸਹੂਲਤਾਂ ਜਿਹੜੇ ਬੱਚਿਆਂ ਨੂੰ ਮਿਲਣੀਆਂ ਚਾਹੀਦੀਆਂ ਨੇ। ਜ਼ਿਆਦਾ ਇੰਪੋਰਟੈਂਟ ਕੀ ਹੈਗਾ? ਕੋਠਾਰੀ ਕਮਿਸ਼ਨ। ਇਹ ਯਾਦ ਰੱਖਿਓ। ਇਸ ਤੋਂ ਬਾਅਦ ਗੱਲ ਕਰਦੇ ਹਾਂ ਜਿਹੜੀ ਫਸਟ ਪਾਲਿਸੀ ਬਣੀ ਸੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੇ ਉੱਪਰ, ਇਹ ਬਹੁਤ ਮੇਨ ਹੈ, ਇਸ ਨੂੰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਇਹ ਜਿਹੜਾ ਹੁਣ ਪੁਆਇੰਟ ਦੱਸੂਗਾ ਇਸ ਨੂੰ ਜ਼ਰੂਰ ਧਿਆਨ ਨਾਲ ਸੁਣ ਲੈਣਾ। ਦੇਖੋ ਹੈਰਾਨੀ ਕਰਨ ਵਾਲੀ ਗੱਲ ਇਹ ਆ, ਕਹਿੰਦੇ ਵੀ ਐਜੂਕੇਸ਼ਨ ਪਾਲਿਸੀਆਂ ਤੇ ਕਮਿਸ਼ਨ ਜੋ ਕਿ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਨੂੰ ਪ੍ਰੈਕਟੀਕਲ ਮਤਲਬ ਕਿ ਬਣਾਏ ਗਏ ਸੀ। ਪਹਿਲਾਂ ਦੇਖੋ ਕਿੰਨੇ ਪਾਲਿਸੀਜ਼ ਬਣੀਆਂ, ਕਿੰਨੇ ਕਮਿਸ਼ਨ ਬਣੇ, ਸਾਰੇ ਗੱਲ ਕਰਦੇ ਸੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਹੋਣੀ ਚਾਹੀਦੀ ਹੈ, ਬੱਚੇ ਛੋਟੇ ਬੱਚਿਆਂ ਦੀ ਜੋ ਹੈ ਸਕੂਲਾਂ ਦੇ ਵਿੱਚ ਲਿਆਂਦਾ ਜਾਣਾ ਚਾਹੀਦਾ, ਇਸ ਤਰ੍ਹਾਂ ਹੋਣਾ। ਬਟ ਕਿਸੇ ਨੇ ਇਸ ਨੂੰ ਲਾਗੂ ਕਰਨ ਦੀ ਗੱਲ ਨਹੀਂ ਕੀਤੀ। ਇਸ ਨੂੰ ਪਹਿਲੀ ਵਾਰ ਲਾਗੂ ਕਿਸ ਨੇ ਕੀਤਾ ਸੀਗਾ? 2013 ਦੇ ਵਿੱਚ ਇਸ ਦੀ ਗੱਲ ਹੋਈ ਸੀ। ਕਹਿੰਦੇ 2013 ਦੇ ਵਿੱਚ ਸੈਂਟਰ ਗਵਰਨਮੈਂਟ ਦੁਆਰਾ ਨੈਸ਼ਨਲ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਪਾਲਿਸੀ ਲਿਆਂਦੀ ਗਈ ਸੀ, ਉਹ 0 ਤੋਂ 6 ਸਾਲ ਦੇ ਬੱਚਿਆਂ ਤੇ। ਇਹ ਯਾਦ ਰੱਖਿਓ ਵੀ ਕਿੰਨੇ ਵਿੱਚ ਆਈ ਸੀ ਇਹ ਪਹਿਲੀ ਵਾਰ? 2013 ਦੇ ਵਿੱਚ, ਜਿਹਦਾ ਨਾਮ ਸੀਗਾ, ਇਹ ਯਾਦ ਰੱਖਿਓ, ਨੈਸ਼ਨਲ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਪਾਲਿਸੀ, 0 ਤੋਂ 6 ਸਾਲ ਦੇ ਬੱਚਿਆਂ ਵਿਚਕਾਰ। ਇਹਦੇ ਵਿੱਚ ਗੱਲ ਕਹੀ ਸੀ ਵੀ ਬੱਚਿਆਂ ਨੂੰ ਫ੍ਰੀ, ਯੂਨੀਵਰਸਲ ਐਂਡ ਇਕੁਅਲ ਇੰਜੋਏਫੁਲ ਐਜੂਕੇਸ਼ਨ ਮਿਲਣੀ ਚਾਹੀਦੀ ਆ। ਠੀਕ ਹੈ, ਕਿਹੜੀ ਕਿਸ ਤਰ੍ਹਾਂ ਦੀ ਐਜੂਕੇਸ਼ਨ? ਫ੍ਰੀ ਮਿਲਣੀ ਚਾਹੀਦੀ ਆ, ਯੂਨੀਵਰਸਲ ਜੋ ਸਰਵ ਵਿਆਪਕ ਹੋਵੇ, ਇਕੁਅਲ ਹੋਵੇ ਤੇ ਇੰਜੋਏਫੁਲ ਹੋਵੇ, ਬੱਚੇ ਆਨੰਦ ਲੈਣ ਉਸਦਾ। ਠੀਕ ਹੈ, ਇਸ ਤਰ੍ਹਾਂ ਦੀ ਐਜੂਕੇਸ਼ਨ ਲਿਆਉਣ ਦੀ ਗੱਲ ਕੀਤੀ। ਇਸ ਤੋਂ ਬਾਅਦ ਤਾਂ ਕਿ ਬੱਚਿਆਂ ਦੀ ਓਵਰਆਲ ਡਿਵੈਲਪਮੈਂਟ ਹੋ ਸਕੇ, ਬੱਚੇ ਨੇ ਜਿਹੜੇ ਵੀ ਸਰਬ ਪੱਖੀ ਉਹਨਾਂ ਦਾ ਵਿਕਾਸ ਹੋ ਸਕੇ ਹਰ ਤਰ੍ਹਾਂ ਦਾ। ਇਹ ਨਹੀਂ ਹੈ ਸਿਰਫ ਵੀ ਮਾਨਸਿਕ ਤੌਰ ਤੇ ਬੱਚਿਆਂ ਨੂੰ ਪਰਪੱਕ ਬਣਾਉਣਾ, ਉਹਨੂੰ ਸਰੀਰਕ ਤੌਰ ਤੇ ਵੀ ਪਰਪੱਕ ਬਣਾਉਣਾ, ਬੱਚੇ ਤੰਦਰੁਸਤ ਰਹਿਣ। ਉਹਨਾਂ ਨੇ ਨਿਊਟ੍ਰੀਸ਼ਨ ਦੀ ਵੀ ਗੱਲ ਕੀਤੀ, ਪੋਸ਼ਣ ਦੀ ਵੀ ਗੱਲ ਕੀਤੀ ਗਈ ਸੀ। ਇਸ ਤੋਂ ਬਾਅਦ ਨਿਊ ਨੈਸ਼ਨਲ ਐਜੂਕੇਸ਼ਨ ਪਾਲਿਸੀ ਜੋ 2020 ਦੇ ਵਿੱਚ ਨਵੀਂ ਲਾਗੂ ਹੋਈ ਆ। ਇਹ ਵੀ ਬਹੁਤ ਮੇਨ ਪੁਆਇੰਟ ਆ ਵੀ ਨਵੀਂ ਜਿਹੜੀ ਐਜੂਕੇਸ਼ਨ ਪਾਲਿਸੀ ਲਾਗੂ ਹੋਈ ਹੈਗੀ ਉਸ ਦੇ ਵਿੱਚ ਕਿਹੜੀ ਗੱਲ ਕਹੀ ਗਈ ਆ? ਪ੍ਰੀ ਪ੍ਰਾਇਮਰੀ ਐਜੂਕੇਸ਼ਨ ਬਾਰੇ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਦੇਖੋ ਇਸਨੇ ਕੀ ਕਿਹਾ ਸੀ ਵੀ ਇਹਨੇ ਇੱਕ ਉਦੇਸ਼ ਮਿੱਥਿਆ ਸੀ ਜਿਸ ਵਿੱਚ ਭਾਰਤ ਦੇ ਹਰੇਕ ਜਿਹੜਾ 3 ਤੋਂ 6 ਸਾਲ ਦਾ ਬੱਚਾ ਗਾ ਉਹਨਾਂ ਵਾਸਤੇ ਕੀ ਕਿਹਾ ਸੀ ਵੀ ਫ੍ਰੀ ਐਜੂਕੇਸ਼ਨ ਹੋਣੀ ਚਾਹੀਦੀ। ਕਿੰਨੇ ਤੱਕ? 2025 ਤੱਕ। ਇਹ ਪ੍ਰਸ਼ਨ ਪੁੱਛ ਲਿਆ ਜਾਂਦਾ ਵੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਵਿੱਚ ਕਿੰਨੇ ਸਾਲ ਤੱਕ ਦੇ ਬੱਚਿਆਂ ਨੂੰ ਜਿਹੜਾ ਫ੍ਰੀ ਐਜੂਕੇਸ਼ਨ ਦੇਣ ਦੀ ਗੱਲ ਕੀਤੀ ਆ। ਯਾਦ ਰੱਖਿਓ 3 ਤੋਂ 6 ਸਾਲ ਦੇ ਬੱਚੇ। ਉਹ ਤੁਹਾਨੂੰ ਐਗਜ਼ਾਮੀਨਰ ਕੀ ਪਾ ਸਕਦਾ ਵੀ 4 ਤੋਂ 6 ਸਾਲ ਵੀ ਪਾ ਸਕਦਾ, 2 ਤੋਂ ਲੈ ਕੇ 5 ਸਾਲ ਤੱਕ। ਤੁਸੀਂ ਯਾਦ ਰੱਖਣਾ 3 ਤੋਂ ਲੈ ਕੇ 6 ਸਾਲ ਦੇ ਬੱਚਿਆਂ ਦੀ ਐਜੂਕੇਸ਼ਨ ਦੀ ਗੱਲ ਕੀਤੀ ਗਈ ਆ। ਠੀਕ ਹੈ, ਕਦੋਂ ਤੱਕ ਇਹ ਫ੍ਰੀ ਐਜੂਕੇਸ਼ਨ ਮਿਲੂਗੀ? 2025 ਤੱਕ। ਠੀਕ ਹੈ, ਮੁਫਤ, ਸੁਰੱਖਿਅਤ ਤੇ ਉੱਚ ਗੁਣਵੱਤਾ ਵਾਲੀ ਅਤੇ ਜੋ ਹੈ ਵਿਕਾਸਾਤਮਕ। ਠੀਕ ਹੈ, ਫ੍ਰੀ ਹੋਣੀ ਚਾਹੀਦੀ ਆ
ਸਿਕਿਉਰ ਹੋਣੀ ਚਾਹੀਦੀ ਵੀ ਬੱਚਿਆਂ ਦੀ ਸਿਕਿਉਰਿਟੀ ਦੀ ਗੱਲ ਕੀਤੀ ਹੈ। ਇਹ ਨਹੀਂ ਹੈਗਾ ਕਿ ਬੱਚਿਆਂ ਨੂੰ ਸਿਰਫ ਸਕੂਲ ਦੇ ਵਿੱਚ ਦਾਖਲਾ ਮਿਲ ਗਿਆ ਤੇ ਉੱਥੇ ਬਸ ਉਸ ਤੋਂ ਬਾਅਦ ਜ਼ਿੰਮੇਵਾਰੀ ਖਤਮ ਹੋ ਗਈ ਵੀ ਉਹਨੂੰ ਸਿਰਫ ਐਜੂਕੇਸ਼ਨ। ਬੱਚੇ ਸਿਕਿਉਰ ਹੋਣੇ ਚਾਹੀਦੇ ਉੱਥੇ, ਉਹਨਾਂ ਉੱਪਰ ਕਿਸੇ ਤਰ੍ਹਾਂ ਦੀ ਕੋਈ ਵੀ ਉਹਨਾਂ ਨੂੰ ਪ੍ਰੋਬਲਮ, ਕਿਸੇ ਤਰ੍ਹਾਂ ਦੀ ਹਾਦਸਾ ਜਿਹੜਾ ਨਹੀਂ ਵਾਪਰਨਾ ਚਾਹੀਦਾ। ਇਹ ਸਾਰੀ ਜ਼ਿੰਮੇਵਾਰੀ ਵੀ ਉਹਨਾਂ ਵਿੱਚ ਕੁਆਲਿਟੀ ਵਾਲੀ ਐਜੂਕੇਸ਼ਨ ਹੋਣੀ ਚਾਹੀਦੀ, ਉੱਚ ਗੁਣਵੱਤਾ ਵਾਲੀ ਐਜੂਕੇਸ਼ਨ ਦੀ ਗੱਲ ਕੀਤੀ ਗਈ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਡਿਵੈਲਪਮੈਂਟ ਆਫ ਪ੍ਰੀ ਪ੍ਰਾਇਮਰੀ ਐਜੂਕੇਸ਼ਨ, ਵੀ ਵਿਕਾਸ ਹੈ ਜਿਹੜਾ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦਾ ਕਿਸ ਤਰ੍ਹਾਂ ਹੁੰਦਾ ਗਿਆ। ਦੇਖੋ ਪਹਿਲਾਂ ਆਪਾਂ ਗੱਲ ਕਰੀਏ ਵੀ ਭਾਰਤ ਵਿੱਚ ECC ਦੀਆਂ ਨੀਤੀਆਂ ਸਾਰੇ ਰਾਜਾਂ ਲਈ ਅਲੱਗ-ਅਲੱਗ ਨੇ। ਇਹ ਨਹੀਂ ਹੈਗਾ ਵੀ ਇੱਕ ਜਿਹੜੇ ਪ੍ਰਾਇਮਰੀ ਐਜੂਕੇਸ਼ਨ ਬਣਿਆ, ਜੋ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੇ ਸਕੂਲ ਬਣੇ ਹੋਏ ਵੀ ਸਾਰੇ ਸਟੇਟ ਦੇ ਵਿੱਚ ਸੇਮ ਨੇ, ਨਹੀਂ। ਸਾਰੇ ਸਟੇਟ ਦੇ ਵਿੱਚ ਸਭ ਦੇ ਪੋਲਿਸੀਜ਼, ਸਭ ਦੇ ਜਿਹੜੇ ਕਮਿਸ਼ਨ ਨੇ ਉਹ ਅਲੱਗ-ਅਲੱਗ ਨੇ। ਸਾਰੇ ਰਾਜ ਨੇ ਜਿਹੜੇ ਆਪਣੇ ਅਕੋਰਡਿੰਗ ਐਜੂਕੇਸ਼ਨ ਦੀ ਗੱਲ ਕਰਦੇ ਆ। ਜਿਵੇਂ ਕਿ ਉੱਤਰੀ ਰਾਜ ਨੇ, ਜਿਹੜੇ ਉੱਤਰੀ ਰਾਜਾਂ ਦੇ ਵਿੱਚ ਜਿਹੜੇ ਉਹ ਅਲੱਗ ਨੇਗੇ, ਬਟ ਦੱਖਣੀ ਰਾਜ ਨੇ ਜਿਹੜੇ ਉਹ ਅਲੱਗ ਤਰ੍ਹਾਂ ਦੇ ਆਪਣੇ ਪੋਲਿਸੀ ਲਾਗੂ ਕਰਦੇ ਨੇ। ਹੁਣ ਜਿਵੇਂ ਪੰਜਾਬ ਆ, ਪੰਜਾਬ ਦੀ ਐਜੂਕੇਸ਼ਨ ਪੋਲਿਸੀ ਅਲੱਗ ਹੋਊਗੀ ਤੇ ਹਰਿਆਣਾ ਜਾਂ ਫਿਰ ਆਪਾਂ ਰਾਜਸਥਾਨ ਵੇ ਉਹਨਾਂ ਦੀ ਐਜੂਕੇਸ਼ਨ ਪੋਲਿਸੀ ਆਪਣੇ ਨਾਲੋਂ ਅਲੱਗ ਹੋਊਗੀ। ਹਰ ਇੱਕ ਸਟੇਟ ਨੂੰ ਜਿਹੜੇ ਅਲੱਗ ਅਥਾਰਟੀ ਦਿੱਤੀ ਗਈ ਵੀ ਉਹ ਆਪਣੇ ਹਿਸਾਬ ਨਾਲ ਉਹਨਾਂ ਵਿੱਚ ਚੇਂਜਸ ਕਰ ਸਕਦੇ ਆ। ਜਿਵੇਂ ਪਹਿਲਾਂ ਕੀ ਸੀਗਾ ਵੀ ਇਹਦੀ ਸ਼ੁਰੂਆਤ ਜਿਹੜੀ ਮੇਨ ਦੱਖਣੀ ਰਾਜਾਂ ਵਿੱਚ ਹੋਈ ਸੀ, ਠੀਕ ਹੈ। ਪਹਿਲਾਂ ਦੱਖਣੀ ਰਾਜ ਸੀ ਜਿਹੜੇ ਉਹ ਜ਼ਿਆਦਾ ਇਹ ਕਹਿ ਸਕਦੇ ਵੀ ਆਪਾਂ ਤੋਂ ਅੱਗੇ ਆ ਗਏ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚ। ਦੇਖੋ ਇਸ ਮਾਮਲੇ ਵਿੱਚ ਕਹਿੰਦੇ ਦੱਖਣੀ ਰਾਜ ਅੱਗੇ ਨੇਗੇ, ਜਿਨ੍ਹਾਂ ਵਿੱਚ ਕੇਰਲਾ, ਤਾਮਿਲਨਾਡੂ, ਤੇਲੰਗਾਨਾ ਇਹ ਸਟੇਟ ਨੇ ਜਿਹੜੇ ਮੇਨ ਦੱਖਣੀ ਰਾਜ ਇਹ ਅੱਗੇ ਨੇ। ਭਾਰਤ ਵਿੱਚ ਕਈ ਪ੍ਰੀ ਪ੍ਰਾਇਮਰੀ ਪ੍ਰੋਗਰਾਮ ਨੇ ਜਿਹੜੇ ਜਿਵੇਂ ਜਿਹੜੇ ਭਾਰਤ ਵਿੱਚ ਜ਼ਿਆਦਾਤਰ ਜੋ ਪ੍ਰਾਇਮਰੀ ਐਜੂਕੇਸ਼ਨ ਦੇ ਜੋ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੇ ਪ੍ਰੋਗਰਾਮ ਨੇ ਕਿਹਨਾਂ ਦੁਆਰਾ ਚਲਾਏ ਜਾਂਦੇ ਆ, ਉਹ ਆਂਗਣਵਾੜੀ ਵਰਕਰ ਦੁਆਰਾ ਚਲਾਏ ਜਾਂਦੇ ਆ, ਠੀਕ ਹੈ। ACA ਦੁਆਰਾ ਤੁਹਾਨੂੰ ਇਹ ਗੱਲਾਂ ਰਿਪੀਟ ਕਰਵਾਉਣਾ ਬਹੁਤ ਮੇਨ ਆ। ਐਗਜ਼ਾਮ ਦੇ ਵਿੱਚ ਜ਼ਰੂਰ ਇਹਦੇ ਵਿੱਚ ਪ੍ਰਸ਼ਨ 2 ਜਾਂ 3 ਵੀ ਪੁੱਛ ਸਕਦੇ ਆ, ਤੁਸੀਂ ਸਾਰੀ ਹੀ ਪੋਲਿਸੀਜ਼ ਨੂੰ ਧਿਆਨ ਨਾਲ ਸੁਣਨਾ। ਦੇਖੋ ਦੁਬਾਰਾ ਤੁਹਾਨੂੰ ਦੱਸ ਦੇਣਾ ਵੀ ਦੇਖੋ ਜੋ ਪਹਿਲਾਂ ਕਿਹਾ ਗਿਆ ਸੀ ਵੀ ਤੁਹਾਨੂੰ ਵੀ ਸਿਰਫ ਸਿਧਾਂਤਕ ਗੱਲਾਂ ਸੀ, ਜਿਨ੍ਹਾਂ ਵਿੱਚ 1953 ਦੇ ਵਿੱਚ ਕਿਹਾ ਗਿਆ ਸੀ ਵੀ ਪੇਰੈਂਟਸ ਦੀ ਜ਼ਿੰਮੇਵਾਰੀ ਨਹੀਂ ਸਿਰਫ ਐਜੂਕੇਸ਼ਨ ਹੈਗੀ ਜਿਹੜੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ, ਇਸ ਲਈ ਇਹਦੇ ਲਈ ਗੌਰਮੈਂਟ ਨੂੰ ਵੀ ਅੱਗੇ ਆਉਣਾ ਚਾਹੀਦਾ, ਹੋਰ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ। ਇਸ ਤੋਂ ਬਾਅਦ 1963 ਤੇ 64 ਦੇ ਵਿੱਚ ਗੱਲ ਕਰੀ ਗਈ ਸੀ ਵੀ ਜਿਹੜੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ ਪਾਲਿਸੀ ਉਹਦੇ ਵਿੱਚ ਚੇਂਜਸ ਆਉਣੇ ਚਾਹੀਦੇ। ਪੁਰਾਣੀ ਫਿਲਾਸਫੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ ਉਹ ਬਦਲਣੀ ਚਾਹੀਦੀ ਹੈ। ਤੇ ਇਸ ਤੋਂ ਇਲਾਵਾ ਵੀ ਬੱਚੇ ਜਿਹੜੇ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਵਾਲੇ ਨੂੰ ਮਿਡ ਡੇ ਮੀਲ ਮਿਲਣਾ ਚਾਹੀਦਾ। ਇਹ ਗੱਲ ਕਰਦੀ ਸੀ 1963 ਤੇ 64 ਦੀ ਬਾਲ ਸੰਭਾਲ ਕਮੇਟੀ। ਇਸ ਤੋਂ ਬਾਅਦ ਤੀਸਰਾ ਪੁਆਇੰਟ ਇਹਦੇ ਵਿੱਚ ਸੀਗਾ ਕੋਠਾਰੀ ਕਮਿਸ਼ਨ। ਕੋਠਾਰੀ ਕਮਿਸ਼ਨ ਜੋ ਕਿ 1964 ਤੇ 66 ਦੇ ਵਿਚਕਾਰ ਆਇਆ ਸੀ। ਇਸਨੇ ਸਟੇਟ ਲੈਵਲ ਤੇ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੇ ਜਿਹੜੇ ਸੈਂਟਰ ਸੀ ਉਹ ਸਥਾਪਿਤ ਕਰਨ ਦੀ ਗੱਲ ਕਹੀ ਸੀ। ਇਹਦਾ ਕੀ ਦਿੱਤਾ ਸੀ, ਸੁਝਾਅ ਦਿੱਤਾ ਸੀ ਇਸਨੇ। ਅੱਗੇ ਆਪਾਂ ਗੱਲ ਕਰਦੇ ਹਾਂ ਬੱਚਿਆਂ ਦੀ ਰਾਸ਼ਟਰੀ ਨੀਤੀ ਜੋ ਕਿ 1974 ਵਿੱਚ ਲਾਗੂ ਹੋਈ ਸੀ। ਇਹਦੇ ਵਿੱਚ ਇਹ ਗੱਲ ਕਹੀ ਸੀ ਵੀ ਇਹਨੇ ਦੋ ਜ਼ਿਆਦਾਤਰ ਸਹੂਲਤਾਂ ਦੀ ਗੱਲ ਕਰੀਏ, ਸੰਭਾਲ ਤੇ ਸਿੱਖਿਆ, ਵੀ ਬੱਚਿਆਂ ਦੀ ਸੰਭਾਲ ਦੀ ਗੱਲ ਕਰਦੀ ਸੀ ਤੇ ਉਹਨਾਂ ਦੀ ਸਿੱਖਿਆ ਦੀ ਗੱਲ, ਵੀ ਬੱਚਿਆਂ ਦੀ ਕੇਅਰ ਦੀ ਗੱਲ ਕਰਦੀ ਸੀ। ਅੱਗੇ ਆਪਾਂ ਗੱਲ ਕਰਦੇ ਹਾਂ ਵੀ ਫਸਟ ਪਾਲਿਸੀ ਜਿਹੜੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚ ਲਾਗੂ ਕੀਤੀ ਗਈ ਸੀ ਉਹ ਕਿਹੜੀ ਸੀ। ਦੇਖੋ ਸਭ ਤੋਂ ਪਹਿਲਾਂ ਇਹ ਗੱਲ ਵੀ ਹੈਰਾਨੀ ਦੀ ਗੱਲ ਹੈ ਕਿ ਵੀ ਐਜੂਕੇਸ਼ਨ ਪਾਲਿਸੀ ਤਾਂ ਵੀ ਜਿਹੜੇ ਕਮਿਸ਼ਨ ਸੀ ਉਹ ਬਣਾਏ ਗਏ ਸੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਨਾਲ ਸੰਬੰਧਿਤ, ਬਟ ਕਿਸੇ ਨੇ ਵੀ ਇਸ ਨੂੰ ਪ੍ਰੈਕਟੀਕਲ ਨਹੀਂ ਕੀਤਾ ਸੀਗਾ, ਠੀਕ ਹੈ। ਸਾਰੇ ਗੱਲ ਕਰਦੇ ਸੀ ਵੀ ਹਾਂ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਹੋਣੀ ਚਾਹੀਦੀ ਹੈ, ਬੱਚਿਆਂ ਨੂੰ, ਛੋਟੇ ਬੱਚਿਆਂ ਨੂੰ ਐਜੂਕੇਸ਼ਨ ਲੈਣ ਦਾ ਹੱਕ ਹੈ, ਇੱਦਾਂ ਮਤਲਬ ਸਾਰਿਆਂ ਨੇ ਗੱਲ ਜ਼ਰੂਰ ਕੀਤੀ, ਬਟ ਕਿਸੇ ਨੇ ਇਸ ਨੂੰ ਇੰਪਲੀਮੈਂਟ ਕਰਨ ਦੀ ਗੱਲ ਨਹੀਂ ਕੀਤੀ। ਸਭ ਤੋਂ ਪਹਿਲਾਂ ਸ਼ੁਰੂਆਤ ਇਸ ਦੀ ਇੰਪਲੀਮੈਂਟ ਕਰਨ ਦੀ ਹੋਈ ਸੀ 2013 ਦੇ ਵਿੱਚ। 2013 ਦੇ ਵਿੱਚ ਕਹਿੰਦੇ ਸੈਂਟਰ ਗੌਰਨਮੈਂਟ ਨੇ ਦੁਆਰਾ ਇੱਕ ਨੈਸ਼ਨਲ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਪਾਲਿਸੀ ਜਿਹੜੀ ਲੈ ਕੇ ਆਈ ਸੀ, ਜਿਹਦੇ ਵਿੱਚ 0 ਤੋਂ 6 ਸਾਲ ਦੇ ਬੱਚੇ, 0 ਤੋਂ 6 ਸਾਲ ਹੋ ਗਏ ਵੀ ਚਾਹੇ ਬੱਚਾ ਗਰਭ ਦੇ ਦੌਰਾਨ ਆ ਉਸਦੀ ਜਿਹੜੀ ਮਾਂ ਕੀ ਮਤਲਬ ਕਿ ਮਦਰ ਨੂੰ ਆ ਜਿਹੜਾ ਨਿਊਟ੍ਰੀਸ਼ਨ ਦਿੱਤਾ ਜਾਵੇ ਉਸਨੂੰ, ਜਦੋਂ ਬੱਚਾ ਹੁੰਦਾ ਵੀ ਗਰਭ ਦੇ ਵਿੱਚ ਹੀ ਬੱਚਾ ਜਿਹੜਾ ਜੋ ਹੈ ਤੰਦਰੁਸਤ ਪੈਦਾ ਹੋਵੇ। ਜਦੋਂ ਬੱਚਾ ਪੈਦਾ ਫਿਰ ਉਸ ਤੋਂ ਬਾਅਦ ਉਸਨੂੰ 1 ਸਾਲ 2 ਸਾਲ ਤੱਕ ਬੱਚੇ ਨੂੰ ਜਿਹੜੀ ਡਾਈਟ ਆ ਉਹ ਪਹੁੰਚਾਉਂਦੇ ਰਹਿੰਦੇ ਸੀ ਵੀ। ਇਸ ਤੋਂ ਬਾਅਦ ਬੱਚਾ ਆਂਗਣਵਾੜੀ ਜਿਹੜੇ ਮਤਲਬ ਕਿ ਸੰਸਥਾਵਾਂ ਬਣੀ ਹੋਈ ਉੱਥੇ ਤੱਕ ਵੀ ਬੱਚਾ ਹੁੰਦਾ ਸੀ, ਜਦੋਂ ਉੱਥੇ ਉਹਨਾਂ ਨੂੰ ਦਲੀਆ ਵਗੈਰਾ ਜਾਂ ਚਾਵਲ ਵਗੈਰਾ, ਖੀਰ ਵਗੈਰਾ ਦਿੱਤੀ ਜਾਂਦੀ ਸੀ। ਇਸ ਤੋਂ ਬਾਅਦ ਗੱਲ ਕਰਦੇ ਵੀ ਇਹਦੇ ਵਿੱਚ 0 ਤੋਂ 6 ਸਾਲ ਦੇ ਬੱਚੇ ਕਿਸ ਤਰ੍ਹਾਂ ਦੀ ਐਜੂਕੇਸ਼ਨ ਦੀ, ਫ੍ਰੀ ਐਜੂਕੇਸ਼ਨ ਦੀ, ਯੂਨੀਵਰਸਲ ਐਜੂਕੇਸ਼ਨ ਦੀ, ਇਕੁਅਲ ਤੇ ਇੰਜੋਏਫੁਲ ਐਜੂਕੇਸ਼ਨ ਦੀ ਗੱਲ ਕੀਤੀ ਗਈ ਸੀ। ਅੱਗੇ ਆਪਾਂ ਗੱਲ ਕਰਦੇ ਹਾਂ ਇਹਦੇ ਨਾਲ ਕੀ ਸੀ ਵੀ ਐਜੂਕੇਸ਼ਨ ਦੇ ਵਿੱਚ ਓਵਰਆਲ ਡਿਵੈਲਪਮੈਂਟ ਬੱਚਿਆਂ ਦੀ ਹੋ ਸਕੇ। ਅੱਗੇ ਆਪਾਂ ਗੱਲ ਕਰਦੇ ਵੀ ਨਿਊ ਨੈਸ਼ਨਲ ਐਜੂਕੇਸ਼ਨ ਪਾਲਿਸੀ ਜੋ 2020 ਦੇ ਵਿੱਚ ਜਿਹੜੀ ਲਾਗੂ ਹੋਈ ਆ, ਉਹਦੇ ਵਿੱਚ ਕਿਸ ਤਰ੍ਹਾਂ ਦੀ ਐਜੂਕੇਸ਼ਨ ਦੀ ਗੱਲ ਕੀਤੀ ਗਈ ਆ। ਇਹਨੇ ਇੱਕ ਵੀ ਉਦੇਸ਼ ਮਿੱਥਿਆ ਸੀਗਾ ਵੀ 3 ਤੋਂ 6 ਸਾਲ ਦੇ ਬੱਚੇ ਨੇ ਜਿਹੜੇ ਉਹਨਾਂ ਨੂੰ 2025 ਤੱਕ ਮੁਫਤ, ਸੁਰੱਖਿਅਤ, ਉੱਚ ਗੁਣਵੱਤਾ ਵਾਲੀ ਅਤੇ ਵਿਕਾਸਾਤਮਕ ਸਿੱਖਿਆ ਜਿਹੜੀ ਉਹ ਦਿੱਤੀ ਜਾਵੇ। ਵੀ ਬੱਚਿਆਂ ਨੂੰ ਕਿਸ ਤਰ੍ਹਾਂ ਦੀ ਮੁਫਤ, ਸੁਰੱਖਿਅਤ, ਉੱਚ ਗੁਣਵੱਤਾ ਵਾਲੀ ਅਤੇ ਵਿਕਾਸਾਤਮਕ। ਇਹ ਤੁਸੀਂ ਯਾਦ ਰੱਖਣਾ, ਕਈ ਐਗਜ਼ਾਮੀਨਰ ਪੁੱਛ ਲੈਂਦੇ ਵੀ ਕਿਸ ਤਰ੍ਹਾਂ ਦੀ ਐਜੂਕੇਸ਼ਨ ਦੇਣ ਦੀ ਗੱਲ 2020 ਦੀ ਪਾਲਿਸੀ ਦੇ ਵਿੱਚ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਵਿੱਚ ਕੀਤੀ ਗਈ ਆ।
ਅੱਗੇ ਆਪਾਂ ਗੱਲ ਕਰਦੇ ਹਾਂ ਡਿਵੈਲਪਮੈਂਟ ਆਫ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ, ਕਿਸ ਤਰ੍ਹਾਂ ਦਾ ਵਿਕਾਸ ਹੋਇਆ ਸੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦਾ। ਵੈਸੇ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਸਾਰੀਆਂ ਗੱਲਾਂ ਪਹਿਲਾਂ ਸਟਾਰਟਿੰਗ ਦੇ ਵਿੱਚ ਐਕਸਪਲੇਨ ਕੀਤੀਆਂ ਨੇ ਵੀ ਕਿੱਥੋਂ ਦੀ ਸ਼ੁਰੂਆਤ ਹੋਈ ਸੀ, ਕਿਹੜੇ ਵਿਅਕਤੀ ਨੇ ਇਸ ਦੇ ਵਿੱਚ ਜੋ ਇਸ ਨੂੰ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਨੂੰ ਸ਼ੁਰੂ ਕਰਨ ਦੇ ਵਿੱਚ ਰੋਲ ਪਲੇ ਕੀਤਾ, ਉਹ ਸਾਰੇ ਤੁਸੀਂ ਧਿਆਨ 'ਚ ਨੋਟ ਰੱਖਣੇ ਆ, ਕਿਉਂਕਿ ਜੇ ਤੁਸੀਂ ਸੀਕੁਐਂਸ ਵਾਈਜ਼ ਸਾਰੀਆਂ ਗੱਲਾਂ ਯਾਦ ਰੱਖੋਗੇ ਉਹ ਫਿਰ ਹੀ ਤੁਹਾਡੇ ਯਾਦ ਰਹਿਣਗੀਆਂ। ਇਹ ਨਾ ਹੋਵੇ ਕਿ ਤੁਸੀਂ ਕੁਝ ਗੱਲਾਂ ਜੋ ਲਾਸਟ ਤੋਂ ਪੜ੍ਹਨ ਲੱਗ ਜਾਓ, ਇਸ ਤਰ੍ਹਾਂ ਤੁਸੀਂ ਕਨਫਿਊਜ਼ ਹੋ ਜਾਓਗੇ। ਸਾਰੀਆਂ ਗੱਲਾਂ ਨੂੰ ਧਿਆਨ ਨੇ ਨੋਟ ਦੇ ਵਿੱਚ ਰੱਖਣਾ। ਦੇਖੋ ਇਹਦੇ ਵਿੱਚ ਕੀਤਾ ਵੀ ਭਾਰਤ ਵਿੱਚ ECC ਨੀਤੀਆਂ ਸਾਰੇ ਰਾਜਾਂ ਲਈ ਅਲੱਗ-ਅਲੱਗ ਨੇ, ਸਾਰੇ ਸਟੇਟ ਆਪਣੇ ਹਿਸਾਬ ਨਾਲ ਜੋ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਨੂੰ ਵੀ ਇੰਪਲੀਮੈਂਟ ਕਰਦੇ ਆ, ਵੀ ਇਸ ਤੋਂ ਆਪਣੀ ਪਾਲਿਸੀ ਬਣਾਉਂਦੇ ਆ, ਠੀਕ ਹੈ। ਤੇ ਇਸ ਮਾਮਲੇ ਵਿੱਚ ਕਹਿੰਦੇ ਦੱਖਣੀ ਰਾਜ ਅੱਗੇ ਸੀਗੇ, ਵੀ ਦੱਖਣੀ ਰਾਜਾਂ ਨੇ ਜਿਹੜੇ ਜ਼ਿਆਦਾ ਪਹਿਲਾਂ ਇਸ ਨੂੰ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਨੂੰ ਲੈ ਕੇ ਆਏ ਸੀ, ਜਿਨ੍ਹਾਂ ਵਿੱਚ ਕਿਹੜੇ-ਕਿਹੜੇ ਸਟੇਟ ਸੀ, ਕੇਰਲਾ ਸੀਗਾ, ਤਾਮਿਲਨਾਡੂ ਸੀਗਾ ਤੇ ਤੇਲੰਗਾਨਾ ਸੀ। ਤੇ ਭਾਰਤ ਵਿੱਚ ਕਈ ਪ੍ਰੀ ਪ੍ਰਾਇਮਰੀ ਪ੍ਰੋਗਰਾਮ ਨੇ ਜਿਹੜੇ ਜ਼ਿਆਦਾਤਰ ਕਿਹਨਾਂ ਦੁਆਰਾ ਚਲਾਏ ਜਾਂਦੇ ਆ, ਆਂਗਣਵਾੜੀ ਵਰਕਰਸ ਦੁਆਰਾ ਚਲਾਏ ਜਾਂਦੇ ਆ। ਦੋਸਤੋ ਇਹ ਟੌਪਿਕ ਜੋ ਜਿੰਨਾ ਸੀ ਮੈਂ ਜੋ ਕੋਸ਼ਿਸ਼ ਕੀਤੀ ਵੀ ਸਾਰੇ ਚੰਗੀ ਤਰ੍ਹਾਂ ਪਾਲਿਸੀ ਨੂੰ ਜਿਹੜਾ ਨਿਚੋੜ ਕੱਢ ਕੇ ਲਿਆਂਦਾ ਹੁੰਦਾ, ਤੇ ਤੁਸੀਂ ਇਹਨਾਂ ਸਾਰਿਆਂ ਨੂੰ ਜਿਹੜਾ ਵੀ ਚੰਗੀ ਤਰ੍ਹਾਂ ਸਮਝਣਾ, ਵੀਡੀਓ ਨੂੰ ਐਂਡ ਤੱਕ ਸੁਣਨਾ, ਤੇ ਸਾਰੇ ਜਿੰਨੇ ਜੇ ਤੁਹਾਡਾ ਕੋਈ ਵੀ ਡਾਊਟ ਹੁੰਦਾ ਤਾਂ ਕਮੈਂਟ ਬਾਕਸ ਦੇ ਵਿੱਚ ਲਿਖ ਦਿਆ ਕਰੋ, ਤੇ ਇਹਨਾਂ ਜਿਹੜੇ ਗੱਲਾਂ ਕਰਵਾਈਆਂ ਨੇ ਉਹਨੂੰ ਧਿਆਨ ਦੇ ਵਿੱਚ ਰੱਖਿਓ। ਅੱਜ ਦੀ ਵੀਡੀਓ ਵਿੱਚ ਇੰਨੇ ਦੋਸਤੋ, ਧੰਨਵਾਦ।